ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਬੈਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਸਤਿਗੁਰਾਂ ਦੇ ਮਹਾਨ ਗੁਰਸਿੱਖ ਪਿਆਰਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀ ਭਰ ਰਹੀ ਜੁੜ ਬੈਠੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਪਾਤਸ਼ਾਹ ਨੇ ਅਪਾਰ ਰਹਿਮਤ ਬਖਸ਼ਿਸ਼ ਸਾਡੇ ਸਾਰਿਆਂ ਤੇ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਅੰਦਰ ਜੁੜ ਬੈਠਣ ਦਾ ਇਹ ਸੁਭਾਗੜਾ ਸਮਾਂ ਸਾਨੂੰ ਬਖਸ਼ਿਆ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਆਸਾ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ, ਉਪਰੰਤ ਇਸ ਪਾਵਨ ਇਤਿਹਾਸਿਕ ਅਸਥਾਨ ਤੇ ਲੜੀਵਾਰ ਚੱਲ ਰਹੀ ਗੁਰੂ ਸ਼ਬਦ ਦੀ ਵਿਚਾਰ ਦੇ ਤਹਿਤ ਅੱਜ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਤਿਨਾਂ ਦੇ ਕੋਲੋਂ ਆਪ ਜੀ ਨੇ ਉਹਨਾਂ ਪਾਵਨ ਬਚਨਾਂ ਦਾ ਮੂਲ ਪਾਠ ਸ਼ਰਵਣ ਕੀਤਾ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 378 ਪੁਰ ਆਸਾ ਰਾਗ ਦੇ ਅੰਦਰ ਸੁਸ਼ੋਭਿਤ ਹਨ। ਸਾਧ ਸੰਗਤ, ਜਿੰਨੇ ਵੀ ਅਸੀਂ ਸੰਸਾਰਿਕ ਜੀਵ ਹਾਂ, ਸਾਡੀ ਸਾਰਿਆਂ ਦੀ ਇੱਕ ਲੋਚਾ ਇੱਕ ਚਾਹਤ ਹੁੰਦੀ ਹੈ ਕਿ ਸਾਡਾ ਜੀਵਨ ਸੁਖਮਈ ਹੋਵੇ, ਸਾਡੇ ਜੀਵਨ ਦੇ ਵਿੱਚ ਸੁੱਖ ਹੋਣ। ਦੁਨੀਆ ਦਾ ਹਰ ਇੱਕ ਇਨਸਾਨ ਸੁੱਖ ਚਾਹੁੰਦਾ ਹੈ, ਸੁੱਖ ਲੋਚਦਾ ਹੈ। ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਚਾਹੁੰਦਾ ਹੋਵੇ। ਅੱਜ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਨੂੰ ਇਹ ਬੜੀ ਸੋਹਣੀ ਯੁਕਤੀ ਦੱਸ ਰਹੇ ਨੇ, ਬੜੇ ਸੋਹਣੇ ਉਪਦੇਸ਼ ਦ੍ਰਿੜ ਕਰਵਾ ਰਹੇ ਨੇ ਕਿ ਸਾਡਾ ਇਹ ਜੀਵਨ ਸੁਖਮਈ ਕਿਵੇਂ ਬਣ ਜਾਵੇ, ਇਸ ਜੀਵਨ ਦੇ ਵਿੱਚੋਂ ਦੁੱਖ ਕਲੇਸ਼ ਤਾਪ ਸੰਤਾਪ ਕਿਵੇਂ ਖਤਮ ਹੋਣ, ਕਿਵੇਂ ਦੂਰ ਹੋਣ, ਜੀਵਨ ਆਨੰਦਮਈ ਕਿਵੇਂ ਬਣ ਜਾਵੇ, ਸੁੱਖ ਜ਼ਿੰਦਗੀ ਦੇ ਵਿੱਚ ਕਿਵੇਂ ਆਉਣ। ਫਿਰ ਸੁੱਖ ਵੀ ਉਹ ਨਹੀਂ ਜਿਹੜੇ ਛਿਣ ਭੰਗਰ ਦੇ ਹੋਣ, ਸਦੀਵੀ ਸੁੱਖ ਜੀਵਨ ਦੇ ਵਿੱਚ ਕਿਵੇਂ ਬਣ ਜਾਵੇ।
क्योंकि छेण भंगर दे सुख ते जिहड़े ने वो मनुख नूं मिलदे ही रहिंदे ने, पर उन्हां दे नाल मनुख दा सारा जीवन आनंदमई नहीं बनदा। साध संगत, अज दे इस पावन बचन दा जो केंद्री भाव है, सतगुरु पातशाह जी रहाऊ दे पावन बचनां दे विच बड़ा प्यारा सानू समझा रहे हैं। रहाऊ दे बचन हैं, ताप गया बचन गुर पूरे, अणद भया सब मिटे विसूरे। आप जी गुरमुख प्यारे रोजाना ही इलाही बाणी की कथा विचार श्रवण करने वाले जुड़ बैठे हो ते भली भांत जानते हो कि जेड़े पावन बचना के अंदर रहाऊ दीयां पंक्तियां हुंदियां ने, उत्थे उस पावन शब्द की समुची विचार, उहदा तत्सार, उहदा केंद्री भाव जां कह लईए कि सेंट्रल आइडिया वो रहाऊ दे बचनां दे विच हुंदा है। ते अज दे शब्द दे रहाऊ दे विच सतगुरु पातशाह जी साडे जीआं ते तरस करके, साडे ते बख्शिश करके सानू बड़ा प्यारा उपदेश दृढ़ करवा रहे ने। पातशाह दे बचन हन, जिसने गुरु दे बचनां नूं अपने हिरदे दे विच वसा लिया, जिहड़ा मनुख गुरु दे नाल जुड़ गया, गुरु वाला बन गया, गुरु दे उपदेशां दा बचनां दा धारनी बन गया, ते गुरु भी किहड़ा होवे, पूरे गुरु दे उपदेशां दा। जिहड़ा पूरे गुरु दी संगत विच जुड़ के पूरे गुरु दे बचनां दे नाल जुड़ गया, उहदे ते की बख्शिश हुंदी है, ताप गया बचन गुर पूरे। उहदी जिंदगी दे विचों ताप खत्म हो जाता है। ताप दा भाव है तपश, ताप दा भाव है तपना। साध संगत, ताप एक रोग है। असी अक्सर ही पेंडू भाषा दे विच, ठेठ पंजाबी दे विच, जदों किसी नूं बुखार होवे, फीवर होवे, ते उहदे वास्ते ताप शब्द भी वरतदे हां कि ताप चढ़िया होया है। वैसे साध संगत, 3 तरह के ताप मन्ने गए हैं। गुरबाणी दे अंदर भी इन्हां 3 तापां दा जिक्र पातशाह बाणी दे अंदर करते हैं। वो 3 ताप हैं, आद, ब्याद ते उपाद। आद दा भाव है वो ताप ਜਿਹੜੇ ਮਨੁੱਖ ਦੇ ਮਨ ਨੂੰ ਲੱਗਦੇ ਹਨ। ਚਿੰਤਾਵਾਂ, ਝੋਰੇ, ਇਹ ਸਾਰੇ ਮਨ ਦੇ ਦੁੱਖ ਹਨ ਜਿਹੜੇ ਮਨ ਨੂੰ ਦੁਖੀ ਕਰਦੇ ਨੇ। ਵਿਆਦ ਦਾ ਭਾਵ ਹਨ ਉਹ ਤਾਪ, ਸਾਧ ਸੰਗਤ, ਜਿਹੜੇ ਸਰੀਰ ਨੂੰ ਦੁਖੀ ਕਰਦੇ ਹਨ, ਭਾਵ ਕਿ ਰੋਗ ਜਾਂ ਕੋਈ ਜ਼ਖਮ ਫੱਟ ਸਰੀਰ ਨੂੰ ਲੱਗ ਜਾਵੇ। ਤੇ ਉਪਾਦ ਹਨ ਸਾਧ ਸੰਗਤ ਜੀ ਉਹ ਦੁੱਖ ਜਿਹੜੇ ਕਿਸੇ ਝਗੜੇ ਤੋਂ, ਕਿਸੇ ਦੂਸਰੇ ਵੱਲੋਂ ਕਹੇ ਗਏ ਮਾੜੇ ਬਚਨਾਂ ਤੋਂ ਪੈਦਾ ਹੁੰਦੇ ਹਨ। ਇਹ 3 ਤਰ੍ਹਾਂ ਦੇ ਤਾਪ ਜਿਹੜੇ ਹਨ ਉਹ ਮੰਨੇ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਕਰਦੇ ਹਨ ਕਿ ਇੱਕ ਦੁੱਖ ਨਹੀਂ, 2 ਦੁੱਖ ਨਹੀਂ, 3 ਤਰ੍ਹਾਂ ਦੇ ਇਹ ਸਾਰੇ ਹੀ ਦੁੱਖ ਉਹਨਾਂ ਜੀਆਂ ਦੇ ਖਤਮ ਹੋ ਜਾਂਦੇ ਹਨ ਜਿਨ੍ਹਾਂ ਦੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਵੇ, ਜਿਨ੍ਹਾਂ ਦੇ ਜੀਵਨ ਦੇ ਅੰਦਰ ਹਿਰਦੇ ਘਰ ਦੇ ਅੰਦਰ ਪਰਮਾਤਮਾ ਦਾ ਨਾਮ ਆ ਕੇ ਵਸ ਜਾਵੇ। ਪਾਤਸ਼ਾਹ ਦੇ ਬਾਣੀ ਦੇ ਅੰਦਰ ਬਚਨ ਹਨ, ਬਿਰਾਜਤ ਰਾਮ ਕੋ ਪ੍ਰਤਾਪ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬਲ ਬਿਰਾਜਮਾਨ ਹੋ ਗਿਆ, ਸੁਸ਼ੋਭਿਤ ਹੋ ਗਿਆ। ਸਿੱਧੇ ਸ਼ਬਦਾਂ ਵਿੱਚ ਕਹੀਏ, ਰੱਬ ਦਾ ਨਾਮ ਜਿਹਦੇ ਹਿਰਦੇ ਦੇ ਵਿੱਚ ਵਸ ਗਿਆ, ਸਿਮਰਨ ਬੰਦਗੀ ਜਿਸ ਦੇ ਜੀਵਨ ਦੇ ਵਿੱਚ ਆ ਗਈ, ਉਹਦੇ ਤੇ ਕੀ ਕਿਰਪਾ ਹੁੰਦੀ ਹੈ। ਆਦ ਬਿਆਦ ਉਪਾਦ ਸਭ ਨਾਸੀ, ਬਿਨਸੇ ਤੀਨੇ ਤਾਪ। ਉਹਦੀਆਂ ਇਹ ਆਦੀਆਂ ਬਿਆਦੀਆਂ ਉਪਾਦੀਆਂ ਹਰ ਤਰ੍ਹਾਂ ਦੇ ਸਾਰੇ ਹੀ ਰੋਗ ਕਲੇਸ਼ ਦੂਰ ਹੋ ਜਾਂਦੇ ਨੇ। ਸਾਧ ਸੰਗਤ, ਵੈਸੇ ਪਾਵਨ ਬਾਣੀ ਦੇ ਅੰਦਰ ਸਾਧ ਸੰਗਤ ਵਿਸ਼ੇ ਵਿਕਾਰਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਤਾਪ ਆਖਿਆ ਹੈ। ਬਾਣੀ ਦੇ ਬੜੇ ਪਿਆਰੇ ਬਚਨ ਹਨ, ਰਮ ਰਾਮ 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 ਜਾਪ, ਹੈ ਭਲਿਆ ਮਨੁੱਖਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਜਾਪ ਕਰ, ਨਾਮ ਦੇ ਨਾਲ ਜੁੜ। ਤੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ, ਨਾਮ ਜਪੇਂਗਾ, ਤੇ ਫਿਰ ਤੇਰੇ ਤੇ ਕੀ ਬਖਸ਼ਿਸ਼ ਹੋਵੇਗੀ, ਤੇਰੇ ਤੇ ਕੀ ਕਿਰਪਾ ਹੋਵੇਗੀ। ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਹੰਤਾਪ। ਤੇਰੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਾਪ ਦੂਰ ਹੋ ਜਾਵੇਗਾ। 5 ਵਿਸ਼ਿਆਂ ਵਿਕਾਰਾਂ ਨੂੰ ਵੀ ਤਾਪ ਬਾਣੀ ਦੇ ਅੰਦਰ ਆਖਿਆ ਗਿਆ ਹੈ। ਸਾਧ ਸੰਗਤ, ਤੇ ਸ਼ਬਦ ਦੇ ਪ੍ਰਕਰਨ ਦੇ ਅਨੁਸਾਰ ਅੱਜ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹੋ ਹੀ ਸੋਝੀ ਦ੍ਰਿੜ ਕਰਵਾ ਰਹੇ ਨੇ ਕਿ ਇਹ ਵਿਸ਼ਿਆਂ ਵਿਕਾਰਾਂ ਦਾ ਤਾਪ ਜੀਵਨ ਦੇ ਵਿੱਚੋਂ ਕਿਵੇਂ ਖਤਮ ਹੋ ਜਾਵੇ, ਇਹ ਤਾਪ ਮਨੁੱਖ ਦੇ ਜੀਵਨ ਦੇ ਵਿੱਚੋਂ ਕਿੱਦਾਂ ਨਿਕਲ ਜਾਵੇ, ਕਿਹੜੀ ਬਖਸ਼ਿਸ਼ ਜੀਵ ਤੇ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਉਹ ਕਿਹੜੀ ਸੋਹਣੀ ਜੀਵਨ ਦੀ ਜੁਗਤੀ ਹੈ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਜੇ ਮਨੁੱਖ ਤੂੰ ਚਾਹੁੰਦਾ ਹੈ ਕਿ ਐਸੇ ਤਾਪ ਤੋਂ ਐਸੇ ਰੋਗਾਂ ਤੋਂ ਤੂੰ ਬਚਿਆ ਰਵੇਂ, ਤੇਰਾ ਜੀਵਨ ਬਚ ਜਾਵੇ, ਤੇ ਕਰਨਾ ਕੀ ਹੈ? ਤਾਪ ਗਿਆ ਬਚਨ ਗੁਰ ਪੂਰੇ, ਪੂਰੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਰੱਖ, ਆਪਣੇ ਹਿਰਦੇ ਘਰ ਦੇ ਵਿੱਚ ਟਿਕਾ ਗੁਰੂ ਦੇ ਉਪਦੇਸ਼ਾਂ ਨੂੰ। ਪਰ ਕਿਹੜੇ ਗੁਰੂ ਦੇ? ਪੂਰੇ ਗੁਰੂ ਦੇ। ਸਾਧ ਸੰਗਤ, ਇਸ ਸੰਸਾਰ ਦੇ ਅੰਦਰ ਅਧੂਰਿਆਂ ਦੀ ਵੀ ਕੋਈ ਕਮੀ ਨਹੀਂ, ਕੱਚੇ ਗੁਰੂਆਂ ਦੀ ਵੀ ਕੋਈ ਕਮੀ ਨਹੀਂ, ਪਰ ਮੁਕਤੀ ਮਿਲਦੀ ਹੈ, ਮਨੁੱਖ ਦਾ ਪਾਰ ਉਤਾਰਾ ਹੁੰਦਾ ਹੈ ਕੇਵਲ ਤੇ ਕੇਵਲ ਪੂਰੇ ਗੁਰੂ ਦੇ ਨਾਲ ਜੁੜਿਆ, ਅਧੂਰੇ ਦੇ ਨਾਲ ਨਹੀਂ। ਖਿਆਲ ਕਰੋ, ਸੁਖਮਨੀ ਸਾਹਿਬ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਅੰਦਰ ਪਰਮਾਤਮਾ ਦੇ ਸਾਨੂੰ ਬੜੇ ਪਿਆਰੇ ਦਰਸ਼ਨ ਕਰਵਾਏ ਨੇ, ਪਰਮਾਤਮਾ ਦੇ ਗੁਣ ਬਿਆਨ ਕੀਤੇ ਨੇ, ਤੇ ਉੱਥੇ ਇਹ ਦੱਸਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪੂਰਾ ਹੈ, ਉਸ ਦੇ ਅੰਦਰ ਕੋਈ ਵੀ ਵਾਧ ਘਾਟ ਨਹੀਂ ਹੈ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਖੁਦ ਪੂਰਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਜੇ ਪਰਮਾਤਮਾ ਆਪ ਪੂਰਾ ਹੈ ਤੇ ਉਸ ਪਰਮਾਤਮਾ ਤਾਈਂ ਮਨੁੱਖ ਨੂੰ ਵੀ ਪੂਰਾ ਗੁਰੂ ਹੀ ਪਹੁੰਚਾ ਸਕਦਾ ਹੈ, ਅਧੂਰਾ ਨਹੀਂ ਪਹੁੰਚਾ ਸਕਦਾ, ਕੱਚਾ ਨਹੀਂ ਪਹੁੰਚਾ ਸਕਦਾ। ਸਾਧ ਸੰਗਤ, ਪੂਰੇ ਗੁਰੂ ਦੀ ਹੀ ਬਖਸ਼ਿਸ਼ ਹੋਵੇਗੀ ਤੇ ਮਨੁੱਖ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਣੀ ਦੇ ਅੰਦਰ ਬੜੇ ਪਿਆਰੇ ਵਚਨ ਕਰਦੇ ਹਨ, ਕਹਿੰਦੇ ਕੇਤੇ ਗੁਰ ਚੇਲੇ ਫੁਣ ਹੁਆ। ਇਸ ਸੰਸਾਰ ਦੇ ਅੰਦਰ ਕਈ ਗੁਰੂ ਬਣ ਕੇ ਬੈਠੇ ਹਨ, ਕਈ ਉਹਨਾਂ ਗੁਰੂਆਂ ਦੇ ਚੇਲੇ ਬਣ ਕੇ ਬੈਠੇ ਹਨ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਸੱਚ ਤਾਂ ਇਹ ਆ, ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਦੀ। ਸਾਧ ਸੰਗਤ, ਜਿਹੜਾ ਆਪ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਹੋਵੇ, ਜਿਹੜਾ ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਫਾਹੀ ਦੇ ਵਿੱਚ ਫਸਿਆ ਹੋਵੇ, ਉਹ ਫਿਰ ਦੂਸਰੇ ਦਾ ਪਾਰ ਉਤਾਰਾ ਕਿਵੇਂ ਕਰਵਾ ਸਕਦਾ ਹੈ? ਅੱਜ ਅਸੀਂ ਦੇਖਦੇ ਹਾਂ, ਅੱਜ ਦੇ ਸਮਾਜ ਦੇ ਅੰਦਰ ਵੀ, ਜੇ ਅੱਜ ਦੇ ਸਮੇਂ ਦੀ ਵੀ ਗੱਲ ਕਰੀਏ, ਕਈ ਐਸੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਅਖਵਾਇਆ, ਉਹਨਾਂ ਨੂੰ ਗੁਰੂ ਕਹਿਣ ਵਾਲੀ ਲੱਖਾਂ ਦੀ ਭੀੜ ਹੈ। ਸਾਧ ਸੰਗਤ, ਪਰ ਅੱਜ ਦੇਖੀਏ ਅਦਾਲਤਾਂ ਵੱਲੋਂ ਉਹਨਾਂ ਦੇ ਉੱਪਰ ਬਲਾਤਕਾਰ ਵਰਗੇ ਘਿਨੌਣੇ ਦੋਸ਼ ਜਿਹੜੇ ਲਾਏ ਗਏ, ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਆਪਣੇ ਆਪ ਨੂੰ ਗੁਰੂ ਕਹਿਣ ਵਾਲੇ, ਕਿਉਂਕਿ ਉਹ ਕੱਚੇ, ਜਿਹਦਾ ਆਪਣਾ ਜੀਵਨ ਸੱਚਾ ਨਹੀਂ, ਆਪਣਾ ਜੀਵਨ ਪੂਰਾ ਨਹੀਂ ਹੋ ਸਕਿਆ, ਉਹ ਕਿਸੇ ਦੂਸਰੇ ਨੂੰ ਵੀ ਉਸ ਪੂਰੇ ਦੇ ਨਾਲ, ਅਕਾਲ ਪੁਰਖ ਦੇ ਨਾਲ ਨਹੀਂ ਜੋੜ ਸਕਦਾ। ਸਾਧ ਸੰਗਤ, ਗੁਰਬਾਣੀ ਦੇ ਅੰਦਰ ਜਦੋਂ ਗੁਰੂ ਦੀ ਵਿਆਖਿਆ ਕੀਤੀ ਹੈ ਤੇ ਉੱਥੇ ਬੜਾ ਹੀ ਪਿਆਰਾ ਦੱਸਿਆ ਹੈ ਕਿ ਐਸੇ ਗੁਰ ਕਉ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਐਸੇ ਗੁਰੂ ਤੋਂ ਬਲਹਾਰ ਜਾਈਏ ਜਿਹੜਾ ਆਪ ਵੀ ਮੁਕਤ ਹੈ ਤੇ ਦੂਸਰਿਆਂ ਦਾ ਵੀ ਪਾਰ ਉਤਾਰਾ ਕਰ ਲੈਂਦਾ। ਜਿਹੜਾ ਆਪ ਹੀ ਡੁੱਬਿਆ ਹੋਵੇ, ਉਹਨੇ ਦੂਜੇ ਨੂੰ ਕਿੱਥੋਂ ਪਾਰ ਉਤਾਰ ਲੈਣਾ? ਖਿਆਲ ਕਰੋ, ਇੱਕ ਮਨੁੱਖ ਜਿੰਨੇ ਦਰਿਆ ਪਾਰ ਕਰਨਾ ਹੋਵੇ, ਨਦੀ ਪਾਰ ਕਰਨੀ ਹੋਵੇ, ਉਹ ਬੇੜੀ ਦਾ ਆਸਰਾ ਲੈਂਦਾ ਹੈ। ਪਰ ਜੇ ਬੇੜੀ ਹੀ ਪਾਣੀ ਦੇ ਵਿੱਚ ਡੁੱਬੀ ਹੋਵੇ ਤੇ ਉਸ ਬੇੜੀ ਦੇ ਆਸਰੇ ਮਨੁੱਖ ਵੀ ਕਦੇ ਪਾਰ ਨਹੀਂ ਲੱਗ ਸਕਦਾ। ਇਸ ਵਾਸਤੇ ਜਿੱਥੇ ਗੁਰੂ ਦੇ ਨਾਲ ਜੁੜਨਾ, ਉੱਥੇ ਇਹ ਵੀ ਬੜਾ ਜ਼ਰੂਰੀ ਹੈ ਕਿ ਉਹ ਗੁਰੂ ਵੀ ਪੂਰਾ ਹੋਵੇ, ਅਧੂਰੇ ਦੇ ਨਾਲ ਕਦੇ ਵੀ ਨਾ ਜੁੜਿਆ ਜਾਵੇ। ਅਧੂਰਿਆਂ ਦੇ ਸੰਗ ਦੇ ਨਾਲ, ਕੱਚਿਆਂ ਦੇ ਸੰਗ ਦੇ ਨਾਲ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ। ਸੋ ਸਾਧ ਸੰਗਤ, ਪਹਿਲਾਂ ਤੇ ਉਪਦੇਸ਼ ਸਤਿਗੁਰੂ ਨੇ ਇਹ ਦਿੱਤਾ, ਪਹਿਲਾ ਨੁਕਤਾ ਕਿ ਗੁਰੂ ਪੂਰਾ ਹੋਵੇ। ਹੁਣ ਪੂਰੇ ਗੁਰੂ ਦੇ ਨਾਲ ਜਦੋਂ ਜੀਵ ਜੁੜਦਾ ਹੈ ਤੇ ਉਹਦੇ ਤੇ ਫਿਰ ਕਿਹੜੀ ਬਖਸ਼ਿਸ਼ ਹੁੰਦੀ ਹੈ? ਸਾਧ ਸੰਗਤ, ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਅਨੰਦ ਭਇਆ ਸਭ ਮਿਟੇ ਵਸੂਰੇ। ਉਸ ਦੇ ਜੀਵਨ ਦੇ ਵਿੱਚ ਆਨੰਦ ਬਣ ਜਾਂਦਾ, ਸਾਰੇ ਵਸੂਰੇ। ਵਸੂਰੇ ਦਾ ਭਾਵ ਹੈ ਚਿੰਤਾਵਾਂ ਝੋਰੇ, ਸਾਰੀਆਂ ਚਿੰਤਾਵਾਂ, ਸਾਰੇ ਵਸੂਰੇ ਜ਼ਿੰਦਗੀ ਦੇ ਖਤਮ ਹੋ ਜਾਂਦੇ ਨੇ। ਸਾਧ ਸੰਗਤ ਜੀ, ਜਦੋਂ ਜੀਵ ਗੁਰੂ ਦੇ ਨਾਲ ਜੁੜਦਾ ਹੈ, ਗੁਰੂ ਦੀ ਬਾਣੀ ਪੜ੍ਹਦਾ, ਗੁਰੂ ਦੀ ਸੰਗਤ ਕਰਦਾ ਹੈ, ਤੇ ਗੁਰੂ ਮਨੁੱਖ ਤੇ ਇੱਕ ਬੜੀ ਪਿਆਰੀ ਬਖਸ਼ਿਸ਼ ਕਰਦੇ ਹਨ। ਉਹ ਬਖਸ਼ਿਸ਼ ਕੀ ਹੈ? ਹੁਣੇ ਹੀ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ, ਗੁਰੂ ਘਰ ਦੇ ਕੀਰਤਨੀਏ, ਉਹ ਆਪ ਜੀ ਨੂੰ ਗੁਰਬਾਣੀ ਦਾ ਸ਼ਬਦ ਸ਼ਰਵਣ ਕਰਵਾ ਰਹੇ ਸਨ। ਸਤਿਗੁਰੂ ਜੀਵ ਦੇ ਉੱਪਰ ਕਿਹੜੀਆਂ ਬਖਸ਼ਿਸ਼ਾਂ ਕਰਦੇ ਹਨ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਦੇ ਕੋਲੋਂ ਆਹ ਦਾਤਾਂ ਮਿਲਦੀਆਂ ਹਨ ਸਿੱਖ ਨੂੰ।
ਜਦੋਂ ਸਿੱਖ ਸਤ ਗੁਰੂ ਦੇ ਨਾਲ ਭਾਵ ਕਿ ਸੱਚੇ ਗੁਰੂ ਦੇ ਨਾਲ ਜੁੜ ਜਾਵੇ, ਜਦੋਂ ਸੱਚੇ ਗੁਰੂ ਦਾ ਪੱਲਾ ਫੜ ਲਵੇ। ਬੜੀ ਪਿਆਰੀ ਬਖਸ਼ਿਸ਼ ਹੁੰਦੀ ਹੈ। ਇਲਾਹੀ ਬਾਣੀ ਦੇ ਬੜੇ ਪਿਆਰੇ ਬਚਨ ਹਨ। ਫੂਟੋ ਆਂਡਾ ਭਰਮ ਕਾ ਮਣੈ ਭਇਓ ਪ੍ਰਗਾਸ। ਜਦੋਂ ਜੀਵ ਸਤਿਗੁਰੂ ਦੀ ਸੰਗਤ ਕਰਦਾ ਤੇ ਜੀਵ ਦੇ ਮਨ ਦੇ ਅੰਦਰ ਪ੍ਰਗਾਸ ਹੁੰਦਾ, ਅੰਦਰ ਚਾਨਣ ਹੋ ਜਾਂਦਾ। ਬਾਹਰ ਤੇ ਸਾਧ ਸੰਗਤ ਜੀ ਚਾਨਣ ਬੜਾ ਫੈਲਿਆ ਹੋਇਆ। ਬਾਣੀ ਦੇ ਬਚਨ ਆਸਾ ਕੀ ਵਾਰ ਦੀ ਅਸੀਂ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਆ ਦੇਖੋ, ਇੱਕ ਸੂਰਜ ਅੱਜ ਚੜ੍ਹਿਆ ਨਾ, ਦਿਨ ਚੜ੍ਹਿਆ, ਸੂਰਜ ਚੜ੍ਹਿਆ ਤੇ 4 ਚੁਫੇਰੇ ਕਿੰਨਾ ਚਾਨਣ ਫੈਲ ਗਿਆ। ਹੁਣ ਐਸੇ ਚਾਨਣ ਦੇ ਅੰਦਰ ਕਿਸੇ ਵੀ ਹੋਰ ਆਰਟੀਫਿਸ਼ੀਅਲ ਲਾਈਟਿੰਗ ਦੀ ਸਾਨੂੰ ਬਿਲਕੁਲ ਵੀ ਲੋੜ ਨਹੀਂ ਪੈਂਦੀ। ਸਤਿਗੁਰੂ ਪਾਤਸ਼ਾਹ ਜੀ ਨੇ ਪਰ ਬਾਣੀ ਦੇ ਅੰਦਰ ਸਮਝਾਇਆ, ਜੇ 100 ਚੰਦਾ ਉਗਵੈ, 100 ਚੰਦਰਮਾ ਵੀ ਚੜ੍ਹ ਜਾਣ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਇੱਕ ਗੱਲ ਪੱਕੀ ਹੈ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰੀ ਤੌਰ ਤੇ ਇੰਨਾ ਚਾਨਣ ਹੋਣ ਦੇ ਬਾਵਜੂਦ ਜੇ ਮਨੁੱਖ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਸੰਗਤ ਨਹੀਂ, ਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਨਹੀਂ, ਤੇ ਮਨ ਜਿਹੜਾ ਫਿਰ ਉਹ ਅੰਧਾਰ ਦੇ ਵਿੱਚ ਹੀ ਹੁੰਦਾ, ਮਨ ਹਨੇਰੇ ਦੇ ਵਿੱਚ ਹੀ ਹੁੰਦਾ, ਤੇ ਹਨੇਰੇ ਦੇ ਵਿੱਚ ਚੱਲਦਾ ਹੋਇਆ ਕੋਈ ਵੀ ਉਹ ਹਮੇਸ਼ਾ ਠੋਕਰਾਂ ਹੀ ਖਾਂਦਾ, ਮੰਜ਼ਲਾਂ ਦੇ ਉੱਪਰ ਨਹੀਂ ਪਹੁੰਚਦਾ। ਇਸ ਵਾਸਤੇ ਪਾਤਸ਼ਾਹ ਨੇ ਬੜਾ ਪਿਆਰਾ ਸਮਝਾਇਆ, ਫੂਟੋ ਆਂਡਾ ਭਰਮ ਕਾ ਮਣੈ ਭਇਓ ਪ੍ਰਗਾਸ। ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਜਿਹੜੇ ਸਤਿਗੁਰੂ ਦੀ ਸੰਗਤ ਕਰਦੇ ਉਹਨਾਂ ਤੇ ਕੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਮਨ ਦੇ ਅੰਦਰੋਂ ਭਰਮ ਦਾ ਭਾਂਡਾ ਜਿਹੜਾ ਉਹ ਫੁੱਟ ਜਾਂਦਾ, ਭਰਮ ਦਾ ਆਂਡਾ ਫੁੱਟ ਜਾਂਦਾ। ਜੀਵਨ ਦੇ ਵਿੱਚੋਂ ਭਰਮ ਖਤਮ ਹੋ ਜਾਂਦਾ ਜਦੋਂ ਅੰਦਰ ਪ੍ਰਗਾਸ ਹੋ ਜਾਵੇ, ਸੱਚ ਦਾ ਚਾਨਣ, ਸੱਚ ਦਾ ਪ੍ਰਗਾਸ, ਪਰਮਾਤਮਾ ਦੇ ਨਾਮ ਦਾ ਪ੍ਰਗਾਸ ਜਦੋਂ ਅੰਦਰ ਹੋ ਜਾਵੇ ਮਨ ਦੇ ਅੰਦਰ। ਤੇ ਜਦੋਂ ਮਨ ਦੇ ਅੰਦਰ ਪ੍ਰਗਾਸ ਹੋ ਗਿਆ ਤੇ ਕੀ ਕਿਰਪਾ ਹੋਈ, ਗੁਰੂ ਨੇ ਕੀ ਕਿਰਪਾ ਕੀਤੀ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਜਿਹੜੀਆਂ ਬੇੜੀਆਂ ਨੇ ਜੀਵ ਨੂੰ ਜਕੜਿਆ ਹੋਇਆ ਹੈ, ਉਹ ਬੇੜੀਆਂ ਕਿਹੜੀਆਂ ਨੇ, ਕਾਦੇ ਤੋਂ ਬੰਦ ਖਲਾਸੀ ਹੋਣੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਸ਼ੇ ਵਿਕਾਰਾਂ ਦੀਆਂ ਬੇੜੀਆਂ, ਵਿਸ਼ੇ ਵਿਕਾਰਾਂ ਦੇ ਜਾਲ ਦੇ ਵਿੱਚ ਮਨੁੱਖ ਫਸਿਆ ਹੋਇਆ ਹੈ। ਤੇ ਜਦੋਂ ਸਾਧ ਸੰਗਤ ਗੁਰੂ ਦੀ ਕਿਰਪਾ ਦੇ ਨਾਲ ਇਹ ਬੇੜੀਆਂ ਕੱਟੀਆਂ ਜਾਂਦੀਆਂ ਨੇ ਤੇ ਫਿਰ ਕੀ ਬਖਸ਼ਿਸ਼ ਹੁੰਦੀ ਹੈ, ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਜੀਵ ਨੂੰ ਬਖਸ਼ਿਸ਼ ਕੀਤੀ, ਤੇ ਉਸ ਨਾਮ ਦੀ ਦਾਤ ਦੇ ਨਾਲ ਫਿਰ ਕੀ ਕਿਰਪਾ ਮਨੁੱਖ ਦੇ ਉੱਤੇ ਹੋਈ, ਜਿਨ੍ਹੇ ਆਪਣੇ ਜੀਵਨ ਦੇ ਅੰਦਰ ਨਾਮ ਦੀ ਕਮਾਈ ਕੀਤੀ, ਜਿਨ੍ਹੇ ਆਪਣੇ ਜੀਵਨ ਦੇ ਅੰਦਰ ਸਿਮਰਨ ਨੂੰ, ਬੰਦਗੀ ਨੂੰ ਕਮਾਇਆ, ਉਸ ਤੇ ਫਿਰ ਕੀ ਕਿਰਪਾ ਹੁੰਦੀ ਹੈ ਸਾਧ ਸੰਗਤ, ਤਪਤ ਕੜਾਹਾ ਬੁੱਝ ਗਿਆ। ਜਿਹੜੀ ਵਿਸ਼ੇ ਵਿਕਾਰਾਂ ਦੀ ਅੱਗ ਬਲਦੀ ਪਈ ਹੈ, ਵਿਸ਼ੇ ਵਿਕਾਰਾਂ ਦੀ ਅਗਨੀ ਜਿਹੜੀ ਬਲਦੀ ਹੈ, ਜਿਸ ਅੱਗ ਦੇ ਕਰਕੇ ਮਨੁੱਖ ਦਾ ਜੀਵ, ਮਨੁੱਖ ਦਾ ਜਿਹੜਾ ਹਿਰਦਾ, ਮਨੁੱਖ ਦਾ ਸਾਰਾ ਹੀ ਜੀਵਨ ਜਿਹੜਾ ਤਪਸ਼ ਦੇ ਵਿੱਚ ਰਹਿੰਦਾ, ਉਹ ਵਿਸ਼ਿਆਂ ਵਿਕਾਰਾਂ ਦੀ ਅੱਗ ਖਤਮ ਹੋ ਜਾਂਦੀ ਹੈ, ਬੁੱਝ ਜਾਂਦੀ ਹੈ। ਗੁਰ ਸੀਤਲ ਨਾਮ ਦਿਓ। ਜਦੋਂ ਗੁਰੂ ਨੇ ਨਾਮ ਦੀ ਦਾਤ ਜੀਵ ਨੂੰ ਬਖਸ਼ਿਸ਼ ਕਰ ਦਿੱਤੀ, ਸੀਤਲ ਨਾਮ ਦੀ। ਸਾਧ ਸੰਗਤ, ਨਾਮ ਦੇ ਅੰਦਰ ਹੀ ਸੀਤਲਤਾ ਹੈ। ਬਾਹਰ ਮੁਖੀ ਮਨੁੱਖ ਜਿੰਨੇ ਮਰਜ਼ੀ ਯਤਨ ਕਰ ਲਵੇ, ਬਾਹਰ ਦੀ ਸੀਤਲਤਾ ਦੇ ਨਾਲ, ਬਾਹਰ ਦੀ ਠੰਡਕ ਦੇ ਨਾਲ ਸਰੀਰ ਨੂੰ ਤਾਂ ਠੰਡਕ ਮਹਿਸੂਸ ਹੋ ਸਕਦੀ ਹੈ, ਪਰ ਮਨ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਗਰਮੀ ਉਦੋਂ ਹੀ ਖਤਮ ਹੁੰਦੀ ਹੈ, ਵਿਸ਼ਿਆਂ ਵਿਕਾਰਾਂ ਦਾ ਤਾਪ ਉਦੋਂ ਹੀ ਖਤਮ ਹੁੰਦਾ ਜਦੋਂ ਨਾਮ ਦੀ ਦਾਤ ਮਿਲ ਜਾਵੇ। ਬਾਣੀ ਦੇ ਬੜੇ ਪਿਆਰੇ ਬਚਨ ਹਨ ਸਾਧ ਸੰਗਤ, ਚੰਦਨ ਚਾਂਦਨਾ ਸਰਦ ਰੁੱਤ ਮੂੜ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮਨ ਸੀਤਲਤਾ ਦੇ ਵਿੱਚ ਉਦੋਂ ਆਉਂਦਾ ਜਦੋਂ ਨਾਮ ਦੇ ਨਾਲ ਜੁੜਦਾ ਹੈ, ਤੇ ਜਿਹੜਾ ਨਾਮ ਦੇ ਨਾਲ ਜੁੜ ਗਿਆ ਫਿਰ ਉਹਦੇ ਤੇ ਕੀ ਬਖਸ਼ਿਸ਼ ਹੁੰਦੀ ਹੈ, ਆਨੰਦ ਭਇਆ ਸਭ ਮਿਟੇ ਵਸੂਰੇ। ਉਸ ਦੇ ਜੀਵਨ ਦੇ ਵਿੱਚ ਆਨੰਦ ਬਣ ਜਾਂਦਾ ਤੇ ਚਿੰਤਾਵਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਸਾਧ ਸੰਗਤ, ਸਿਆਣੇ ਪੁਰਖ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਕੋਈ ਵੀ ਰੋਗ ਹੋਵੇ ਨਾ, ਕੋਈ ਵੀ ਬਿਮਾਰੀ ਹੋਵੇ, ਜਿੰਨਾ ਮਨੁੱਖ ਦਾ ਉਹ ਰੋਗ, ਉਹ ਬਿਮਾਰੀ ਨੁਕਸਾਨ ਕਰਦੀ ਹੈ, ਉਸ ਤੋਂ ਵੱਧ ਕਿਤੇ ਉਹ ਬਿਮਾਰੀ ਦੀ ਚਿੰਤਾ ਨੁਕਸਾਨ ਕਰ ਦਿੰਦੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ। ਵਿਸ਼ਿਆਂ ਵਿਕਾਰਾਂ ਦੀ ਖੇਡ ਇਹ ਹੈ ਕਿ ਜਦੋਂ ਜੀਵ ਇਹਨਾਂ 5 ਵਿਸ਼ੇ ਵਿਕਾਰਾਂ ਦੇ ਅਧੀਨ ਕਰਮ ਕਰਦਾ ਹੈ ਸਾਧ ਸੰਗਤ, ਤਾਂ ਇਸ ਕਰਮ ਦੇ ਵਿੱਚੋਂ ਫਿਰ ਚਿੰਤਾ ਉਪਜਦੀ ਹੈ, ਚਿੰਤਾ ਪੈਦਾ ਹੁੰਦੀ ਹੈ। ਜਿਹੜੀ ਚਿੰਤਾ ਮਨੁੱਖ ਦੇ ਮਨ ਨੂੰ ਫਿਰ ਚੰਗੀ ਤਰ੍ਹਾਂ 4 ਚੁਫੇਰਿਓਂ ਸਾੜਦੀ ਹੈ, ਤਪਸ਼ ਦੇ ਵਿੱਚ ਹਮੇਸ਼ਾ ਰੱਖਦੀ ਹੈ। ਖਿਆਲ ਕਰਿਓ, ਇੱਕ ਮਨੁੱਖ ਨੇ ਕੋਈ ਪਾਪ ਕਰਮ ਕੀਤਾ, ਕਿਸੇ ਮਨੁੱਖ ਨੇ
ਕੋਈ ਬੇਈਮਾਨੀ ਕੀਤੀ, ਕੋਈ ਠੱਗੀ ਕੀਤੀ, ਲੋਭ ਦੇ ਵਿੱਚ ਫਸਿਆ ਹੋਇਆ, ਲਾਲਚ ਦੇ ਵਿੱਚ ਆ ਕੇ ਕੋਈ ਮਾੜਾ ਕਰਮ ਕੀਤਾ। ਹੁਣ ਉਸ ਮਾੜੇ ਕਰਮ ਦੇ ਨਾਲ ਕੀ ਹੋਇਆ ਕਿ ਅੰਦਰ ਇੱਕ ਚਿੰਤਾ ਪੈਦਾ ਹੋ ਗਈ ਕਿ ਕਿਤੇ ਇਸ ਮੇਰੇ ਮਾੜੇ ਕਰਮ ਦਾ ਦੂਜੇ ਜੀਆਂ ਨੂੰ ਪਤਾ ਨਾ ਲੱਗ ਜਾਵੇ। ਮਾੜੇ ਕਰਮ ਵੀ ਕਰ ਰਿਹਾ ਤੇ ਮਾੜੇ ਕਰਮਾਂ ਦੀ ਚਿੰਤਾ ਵੀ ਅੰਦਰ ਲੱਗੀ ਹੋਈ ਹੈ। ਇੱਕ ਤਾਂ ਮਾੜੇ ਕਰਮ ਵੱਧਦੇ ਜਾ ਰਹੇ ਨੇ, ਉਹ ਪਾਪ ਕਰਮ ਜੀਵਨ ਦੇ ਅੰਦਰ ਬਣਦੇ ਜਾ ਰਹੇ ਨੇ, ਤੇ ਦੂਜੀ ਉਹਨਾਂ ਪਾਪ ਕਰਮਾਂ ਦੀ ਚਿੰਤਾ ਜੀਵ ਨੂੰ ਖਾਈ ਜਾ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਆਉਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਕਹਿੰਦੇ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਉਦਾਹਰਨ ਵਰਤੀ ਹੈ ਆਰਨ ਦੀ। ਆਪ ਜੀ ਖਿਆਲ ਕਰੋ ਕਿ ਲੋਹਾਰ ਜਿਹੜਾ ਲੋਹੇ ਦਾ ਕੰਮ ਕਰਦਾ ਆ, ਉਸ ਦੇ ਕੋਲ ਇੱਕ ਭੱਠੀ ਹੁੰਦੀ ਹੈ। ਭੱਠੀ ਦੇ ਅੰਦਰ ਕੋਲਿਆਂ ਦੀ ਅੱਗ ਬਲਦੀ ਹੈ। ਉਸ ਬਲਦੀ ਹੋਈ ਅੱਗ ਦੇ ਵਿੱਚ ਲੋਹਾ ਰੱਖ ਕੇ ਗਰਮ ਕੀਤਾ ਜਾਂਦਾ, ਤੇ ਉਸ ਲੋਹੇ ਨੂੰ ਗਰਮ ਕਰਨ ਤੋਂ ਬਾਅਦ ਵਿੱਚ ਉਹਦੇ ਤੇ ਸੱਟਾਂ ਮਾਰ ਕੇ ਉਹਨੂੰ ਤਿੱਖਿਆ ਕੀਤਾ ਜਾਂਦਾ, ਜਾਂ ਕੋਈ ਹੋਰ ਸ਼ੇਪ ਉਹਨੂੰ ਦਿੱਤੀ ਜਾਂਦੀ ਹੈ। ਆਰਨ ਦੇ ਵਿੱਚ, ਆਰਨ ਦਾ ਭਾਵ ਹੈ ਭੱਠੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਭੱਠੀ ਦੇ ਵਿੱਚ ਲੋਹਾ ਰੱਖ ਕੇ ਸਾੜਿਆ ਜਾਂਦਾ, ਤੇ ਉਹ ਨਾਲ ਹੀ ਇੱਕ ਹੋਰ ਔਜ਼ਾਰ, ਇੱਕ ਹੋਰ ਸੰਦ ਹੁੰਦਾ ਹੈ ਉਸ ਦੇ ਕੋਲ, ਲੋਹਾਰ ਦੇ ਕੋਲ, ਉਹ ਹੁੰਦਾ ਹੈ ਸੰਨੀ। ਉਹ ਅੱਗੇ ਆਪਾਂ ਵਿਚਾਰ ਕਰਾਂਗੇ। ਪਾਤਸ਼ਾਹ ਕਹਿੰਦੇ ਕਾਇਆ ਆਰਨ ਮਨ ਵਿੱਚ ਲੋਹਾ। ਕਹਿੰਦੇ ਕਿ ਜਿੱਦਾਂ ਆਰਨ ਹੈ, ਲੋਹਾਰ ਦੀ ਭੱਠੀ ਹੈ, ਇਹ ਸਰੀਰ ਵੀ ਉੱਦਾਂ ਹੀ ਇੱਕ ਭੱਠੀ ਦੇ ਵਾਂਗ ਹੈ। ਜਿਹੜਾ ਜੀਵ ਗੁਰੂ ਤੋਂ ਟੁੱਟਿਆ ਹੋਇਆ, ਇਹ ਉਹਦੀ ਅਵਸਥਾ ਦੀ ਗੱਲ ਹੋ ਰਹੀ ਹੈ, ਜੁੜੇ ਹੋਏ ਦੀ ਗੱਲ ਨਹੀਂ ਹੋ ਰਹੀ। ਕਿਉਂਕਿ ਗੁਰਬਾਣੀ ਮਨੁੱਖੀ ਜੀਵਨ ਦੇ ਵੱਖ-ਵੱਖ ਪੱਖਾਂ ਦੇ ਬਾਬਤ ਸਾਨੂੰ ਦੱਸਦੀ ਹੈ, ਤੇ ਇਹਨਾਂ ਬਚਨਾਂ ਦੇ ਵਿੱਚ ਟੁੱਟੇ ਹੋਏ ਮਨੁੱਖ ਦੀ ਗੱਲ ਹੋ ਰਹੀ ਹੈ, ਮਨਮੁਖ ਦੇ ਕਰਮਾਂ ਦੀ ਗੱਲ ਹੋ ਰਹੀ ਹੈ। ਮਨਮੁਖ ਦਾ ਜੀਵਨ ਕਿਵੇਂ ਹੈ? ਕਾਇਆ ਆਰਨ ਮਨ ਵਿੱਚ ਲੋਹਾ। ਜਿਵੇਂ ਭੱਠੀ ਦੇ ਵਿੱਚ ਲੋਹਾ ਰੱਖ ਕੇ ਗਰਮ ਕੀਤਾ ਜਾਂਦਾ, ਉੱਦਾਂ ਹੀ ਸਾਧ ਸੰਗਤ ਇਹ ਮਨਮੁਖ ਦੇ ਸਰੀਰ ਦੇ ਅੰਦਰ ਜਿਹੜਾ ਮਨ ਹੈ ਉਹ ਤਪਦਾ ਹੈ। ਸਰੀਰ ਦੇ ਅੰਦਰ ਅੱਗ ਬਲਦੀ ਪਈ ਹੈ। ਉਹ ਕਿਹੜੀ ਅੱਗ ਹੈ? ਲੋਹਾਰ ਦੀ ਭੱਠੀ ਦੇ ਅੰਦਰ ਤਾਂ ਅੱਗ ਬਲਦੀ ਹੈ ਕੋਲਿਆਂ ਦੀ, ਪਰ ਇੱਥੇ ਅੱਗ ਕਿਹੜੀ ਬਲਦੀ ਪਈ ਹੈ? ਇੱਥੇ ਅੱਗ ਬਲ ਰਹੀ ਹੈ ਵਿਸ਼ੇ ਵਿਕਾਰਾਂ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ। ਉਸ ਅੱਗ ਦੇ ਵਿੱਚ ਮਨੁੱਖ ਦਾ ਮਨ ਸੜਦਾ ਬਲਦਾ ਪਿਆ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਪੰਜ ਤਰ੍ਹਾਂ ਦੀ ਅੱਗ ਜੀਵ ਦੇ ਅੰਦਰ ਬਲਦੀ ਪਈ ਹੈ। ਤੇ ਹੁੰਦਾ ਕੀ ਹੈ? ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਪੰਜ ਵਿਕਾਰਾਂ ਦੀ ਅੱਗ ਅੰਦਰ ਬਲਦੀ ਪਈ ਹੈ, ਤੇ ਉਹਦੇ ਤੋਂ ਕੀ ਹੁੰਦਾ? ਵਿਕਾਰਾਂ ਦੀ ਵਿੱਚੋਂ ਸਾਧ ਸੰਗਤ ਜੀ ਪਾਪ ਕਰਮ ਪੈਦਾ ਹੁੰਦੇ ਨੇ। ਜਦੋਂ ਕੋਈ ਜੀਵ, ਅਸੀਂ ਅਕਸਰ ਹੀ ਇੱਕ ਗੱਲ ਕਰਦੇ ਹਾਂ ਨਾ ਕਿ ਕੋਈ ਵੀ ਕਰਮ ਹੈ ਜਿਹੜਾ, ਉਹ ਪਹਿਲਾਂ ਵਿਚਾਰ ਦੇ ਰੂਪ ਦੇ ਵਿੱਚ ਮਨ ਵਿੱਚ ਪੈਦਾ ਹੁੰਦਾ। ਪਹਿਲਾਂ ਮਨ ਦੇ ਵਿੱਚ ਵਿਚਾਰ ਆਉਂਦਾ, ਤੇ ਵਿਚਾਰ ਤੋਂ ਬਾਅਦ ਵਿੱਚ ਸਰੀਰ ਉਸ ਕਰਮ ਨੂੰ ਕਰਦਾ ਹੈ। ਜਿਵੇਂ ਕਿਸੇ ਦੇ ਅੰਦਰ ਕੋਈ ਚੰਗਾ ਵਿਚਾਰ ਹੋਵੇ, ਉਹ ਚੰਗੇ ਕਰਮ ਕਰਦਾ। ਚੋਰ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਚੋਰੀ ਕੀਤੀ ਜਾਵੇ, ਉਹਨੇ ਚੋਰੀ ਕਰ ਲਈ। ਤੁਹਾਡੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਆਪਾਂ ਗੁਰੂ ਘਰ ਜਾ ਕੇ ਬੈਠੀਏ, ਸੇਵਾ ਕਰੀਏ, ਤੁਸੀਂ ਗੁਰੂ ਘਰ ਪਹੁੰਚ ਗਏ। ਜਿੱਦਾਂ ਦਾ ਵਿਚਾਰ ਮਨ ਦੇ ਵਿੱਚ ਹੁੰਦਾ, ਉਹ ਵਿਚਾਰ ਹੀ ਕਰਮ ਦਾ ਰੂਪ ਅੱਗੇ ਲੈਂਦਾ ਹੈ ਸਾਧ ਸੰਗਤ। ਹੁਣ ਜਦੋਂ ਅੰਦਰ ਹੋਣ ਹੀ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਦੋਂ ਅੰਦਰ ਅੱਗ ਬਲਦੀ ਹੋਵੇ, ਜਦੋਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਸਾਡੇ ਵਿਚਾਰ ਰਹਿੰਦੇ ਹੋਣ, ਤੇ ਫਿਰ ਕੀ ਹੁੰਦਾ? ਇਹਨਾਂ ਵਿਚਾਰਾਂ ਦੇ ਵਿੱਚੋਂ ਜਿਹੜੇ ਕਰਮ ਨਿਕਲਦੇ ਹਨ ਉਹ ਕੋਈ ਚੰਗੇ ਨਹੀਂ। ਉਹ ਕਿਹੜੇ ਹੁੰਦੇ ਨੇ? ਪਾਪ ਕਰਮ ਹੁੰਦੇ ਨੇ। ਉਹ ਪਾਪ ਕਰਮ ਹੁੰਦੇ ਨੇ। ਅੰਦਰ ਵਿਕਾਰ ਹੈ ਸਾਧ ਸੰਗਤ ਜੀ ਲਾਲਚ ਦਾ। ਹੁਣ ਮਨੁੱਖ ਕੋਈ ਸਰਕਾਰੀ ਮੁਲਾਜ਼ਮ ਹੈ, ਮਨੁੱਖ ਕੋਈ ਦੁਕਾਨਦਾਰ ਹੈ, ਕੋਈ ਵਪਾਰੀ ਹੈ। ਅੰਦਰ ਹੁਣ ਵਿਕਾਰ ਆ ਗਿਆ ਲਾਲਚ ਦਾ, ਲੋਭ ਦਾ। ਤੇ ਹੁਣ ਹੋਇਆ ਕੀ? ਲੋਭ ਨੇ ਅੰਦਰੋਂ ਆਵਾਜ਼ਾਂ ਦਿੱਤੀਆਂ ਕਿ ਇਸ ਕੰਮ ਨੂੰ ਕਰਨ ਦੇ ਬਦਲੇ ਤੂੰ ਦੂਜੇ ਦੇ ਕੋਲੋਂ ਰਿਸ਼ਵਤ ਲੈ ਲਾ, ਤੈਨੂੰ 4 ਪੈਸੇ ਵੱਧ ਮਿਲ ਜਾਣਗੇ। ਲੋਭ ਨੇ ਅੰਦਰੋਂ ਆਵਾਜ਼ਾਂ ਦਿੱਤੀਆਂ ਕਿ ਜਿਹੜਾ ਤੂੰ ਸਮਾਨ ਵੇਚ ਰਿਹਾ ਇਹਦੇ ਵਿੱਚ ਮਿਲਾਵਟ ਕਰ ਲਾ, ਸਸਤਾ ਸਮਾਨ ਵੇਚ ਲਾ, ਤੈਨੂੰ ਵੱਧ ਮੁਨਾਫਾ ਹੋਵੇਗਾ। ਮਨੁੱਖ ਨੇ ਉਸ ਲੋਭ ਦੀ ਸੁਣ ਲਈ, ਉਸ ਲੋਭ ਦੇ ਪ੍ਰਭਾਵ ਦੇ ਅਧੀਨ ਉਹ ਕੰਮ ਕਰ ਲਿਆ। ਤੇ ਉਹ ਕੰਮ ਕੋਈ ਨੇਕ ਕੰਮ ਨਹੀਂ। ਉਹ ਕਿਹੜਾ ਕੰਮ ਹੈ? ਉਹ ਹੈ ਪਾਪ ਕਰਮ। ਤੇ ਹੁੰਦਾ ਕੀ ਹੈ ਸਾਧ ਸੰਗਤ? ਅੱਜ ਪਾਪ ਕਰਮ ਕੀਤਾ, ਅੱਜ ਮਨੁੱਖ ਨੇ ਜਦੋਂ ਰਿਸ਼ਵਤ ਲਈ, ਥੋੜ੍ਹੇ ਜਿਹੇ ਪੈਸੇ ਜਦੋਂ ਵੱਧ ਜੇਬ ਦੇ ਵਿੱਚ ਪੈ ਗਏ, ਤੇ ਇਹ ਨਹੀਂ ਹੋਵੇਗਾ ਕਿ ਅੱਜ ਰੱਜ ਜਾਵੇਗਾ ਕਿ ਠੀਕ ਹੈ ਮੈਂ ਇੱਕ ਵਾਰ ਰਿਸ਼ਵਤ ਲੈ ਲਈ ਹੈ ਤੇ ਹੁਣ ਕੰਮ ਖਤਮ ਹੈ।
मैं एक बार मिलावट करके मैं वध मुनाफा कमा लिया तो होर काम खत्म है। नहीं, की होवेगा, अज जे पाप कीता, अज रिश्वत लैके अपनी जेब नूं भरिया ते कल नूं मन होर आवाज़ां देगा कि भलिया हुण होर इदां कर, होर रिश्वत लैके अपनियां तिजोरियां नूं अपने खजानिਆਂ नूं भर ला। पाप कर्म जिहड़े ने साध संगत ਉਹ ਕੋਲਿਆਂ ਦਾ ਕੰਮ ਕਰਦੇ ਨੇ। ਅੱਗ ਬਲਦੀ ਹੋਵੇ, बलदी हुई अग दे विच कोले सुट्टी जाइए, वो अग कदे खत्म नहीं होवेगी, सगों होर वध बलदी है। साध संगत इदां ही हुंदा, विषयां विकारां दे विचों साध संगत जी जिहड़े पाप कर्म निकलदे वो कोलियां दा काम करदे ने। कोयले पाप पड़े तिस ऊपर, पापां दे कोले उस विषयां विकारां दी अग दे विच पैंदे ने, वो बुझण नहीं देंदे, वो होर अग होर मचदी है, होर बलदी है। ते फिर इत्थे ही बस नहीं, ਜਿਹੜੇ ਮਨੁੱਖ ਨੇ ਪਾਪ ਕਰਮ ਕੀਤੇ ਵਿਸ਼ਿਆਂ ਵਿਕਾਰਾਂ ਦੇ ਪ੍ਰਭਾਵ ਵਿੱਚ ਆ ਕੇ ਫਿਰ ਉਹਦੇ ਅੰਦਰ ਚਿੰਤਾ ਪੈਦਾ ਹੁੰਦੀ ਹੈ। ਚਿੰਤਾ ਪੈਦਾ ਹੁੰਦੀ ਹੈ ਕਿ ਮੈਂ ਕਿਤੇ ਫੜਿਆ ਨਾ ਜਾਵਾਂ, ਮੇਰੀ ਕਿਤੇ ਤਫਤੀਸ਼ ਨਾ ਹੋ ਜਾਵੇ, ਕਿਤੇ ਪੜਤਾਲ ਨਾ ਹੋ ਜਾਵੇ, ਕਿਤੇ ਮੇਰੇ ਜੀਵਨ ਦੇ ਵਿੱਚ ਜਿਹੜੇ ਕਰਮ ਮੈਂ ਕਰ ਰਿਹਾ ਇਹਨਾਂ ਬਾਬਤ ਦੂਸਰਿਆਂ ਨੂੰ ਪਤਾ ਨਾ ਲੱਗ ਜਾਵੇ। ਇਹ ਚਿੰਤਾ ਵੀ ਮਨੁੱਖ ਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੈ। ਜਦੋਂ ਇਹ ਚਿੰਤਾ ਅੰਦਰ ਲੱਗ ਜਾਂਦੀ ਹੈ ਸਾਧ ਸੰਗਤ, ਇਹ ਚਿੰਤਾ ਫਿਰ ਮਨ ਨੂੰ ਚੰਗੀ ਤਰ੍ਹਾਂ ਸਾੜਦੀ ਹੈ ਸੰਨੀ ਦੇ ਵਾਂਗ। ਸੰਨੀ ਕੀ ਹੁੰਦੀ ਹੈ? ਇੱਕ ਔਜ਼ਾਰ ਹੈ ਪਲਾਸ ਵਾਂਗ, ਜਿਹਦੇ ਨਾਲ ਲੋਹਾਰ ਜਿਹੜਾ ਅੱਗ ਦੇ ਵਿੱਚ ਲੋਹਾ ਰੱਖਿਆ ਹੋਇਆ ਉਹ ਸੰਨੀ ਦੇ ਨਾਲ ਫੜ ਕੇ ਉਹਨੂੰ ਚਾਰੇ ਪਾਸਿਆਂ ਤੋਂ ਘੁਮਾ ਕੇ ਚੰਗੀ ਤਰ੍ਹਾਂ ਸਾੜਦਾ ਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਇੱਦਾਂ ਹੀ ਚਿੰਤਾ ਦੀ ਸੰਨੀ ਹੈ ਕਿ ਜੇ ਪਾਪਾਂ ਦੇ ਵਿੱਚੋਂ ਮਨ ਥੋੜ੍ਹਾ ਬਹੁਤਾ ਬਚ ਵੀ ਜਾਵੇ ਤੇ ਚਿੰਤਾ ਚੰਗੀ ਤਰ੍ਹਾਂ ਮਨ ਨੂੰ ਸਾੜ ਦਿੰਦੀ ਹੈ। ਪਹਿਲਾਂ ਤੇ ਮਨ ਵਿਸ਼ਿਆਂ ਵਿਕਾਰਾਂ ਦੀ ਅੱਗ ਦੇ ਨਾਲ ਸੜਿਆ, ਫਿਰ ਪਾਪਾਂ ਦੇ ਕੋਲਿਆਂ ਦੇ ਨਾਲ ਸੜਿਆ, ਤੇ ਜੇ ਇਹਦੇ ਤੋਂ ਥੋੜ੍ਹਾ ਬਹੁਤਾ ਬਚ ਗਿਆ ਤੇ ਪਾਪਾਂ ਤੋਂ ਪੈਦਾ ਹੋਈ ਚਿੰਤਾ ਫਿਰ ਉਹਨੂੰ ਚੰਗੀ ਤਰ੍ਹਾਂ ਸਾੜ ਦਿੰਦੀ ਹੈ। ਹੁਣ ਇਹਦੇ ਤੋਂ ਬਚਾ ਕਿਵੇਂ ਹੈ ਸਾਧ ਸੰਗਤ? ਇਸ ਅੱਗ ਤੋਂ ਬਚਿਆ ਕਿਵੇਂ ਜਾ ਸਕਦਾ? ਇਹਦੇ ਤੋਂ ਬਚਿਆ ਤਾਂ ਹੀ ਜਾ ਸਕਦਾ, ਇਹ ਚਿੰਤਾ ਤੋਂ ਬਚਿਆ ਤਾਂ ਹੀ ਜਾ ਸਕਦਾ ਜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈ ਕੇ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲਵੇ। ਸਤਿਗੁਰੂ ਦੇ ਕੋਲੋਂ ਜਦੋਂ ਨਾਮ ਦੀ ਦਾਤ ਮਿਲਦੀ ਹੈ, ਕਿਉਂਕਿ ਸਤਿਗੁਰੂ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦੇ ਖਜ਼ਾਨੇ ਹਨ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਨੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਜੇ ਸਤਿਗੁਰੂ ਦੀ ਸ਼ਰਨ ਦੇ ਅੰਦਰ ਕੋਈ ਅਵਗਣ ਵਾਰਾ ਵੀ ਆਉਂਦਾ ਹੈ ਨਾ, ਜਿਹੜੇ ਜੀਵ ਦਾ ਜੀਵਨ ਅਵਗਣਾਂ ਦੇ ਨਾਲ ਪਾਪਾਂ ਦੇ ਨਾਲ ਭਰਿਆ ਹੋਵੇ, ਐਸਾ ਜੀਵ ਵੀ ਜੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਗੁਰੂ ਕੀ ਕਰਦੇ ਹਨ? ਗੁਰੂ ਖੁਦ ਗੁਣਾਂ ਦੇ ਖਜ਼ਾਨੇ ਨੇ ਤੇ ਆਪਣੇ ਗੁਣਾਂ ਦੇ ਖਜ਼ਾਨੇ ਦੇ ਵਿੱਚੋਂ ਕੁਝ ਗੁਣ ਉਸ ਸਿੱਖ ਨੂੰ ਬਖਸ਼ਿਸ਼ ਕਰਦੇ ਤੇ ਉਸ ਸਿੱਖ ਦੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੇ ਨੇ, ਉਹਨੂੰ ਬਖਸ਼ ਦਿੰਦੇ ਨੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਐਸਾ ਪੂਰਾ ਵੈਦ ਹੈ ਜਿਨੇ ਪੰਜੇ ਹੀ ਰੋਗ ਆਪਣੇ ਵੱਸ ਦੇ ਵਿੱਚ ਕੀਤੇ ਹੋਏ ਨੇ। ਤੇ ਜਿਹੜੇ ਸਤਿਗੁਰੂ ਦੀ ਸੰਗਤ ਕਰਕੇ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲੈਂਦੇ ਨੇ, ਉਹ ਵੀ ਇਹਨਾਂ ਪੰਜ ਵਿਸ਼ਿਆਂ ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੇ ਨੇ ਤੇ ਉਹਨਾਂ ਦੇ ਜੀਵਨ ਦੇ ਅੰਦਰ ਇਹ ਬਲਦੀ ਹੋਈ ਵਿਸ਼ਿਆਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਜਦੋਂ ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹ ਤਪਤ ਕੜਾਹਾ ਬੁਝ ਗਿਆ। ਜਦੋਂ ਤਾਪ ਜੀਵਨ ਦੇ ਵਿੱਚੋਂ ਖਤਮ ਹੋ ਗਿਆ ਤਾਂ ਕੀ ਹੋਇਆ? ਆਨੰਦ ਭਇਆ ਸਭ ਮਿਟੇ ਵਿਸੂਰੇ। ਜੀਵਨ ਦੇ ਅੰਦਰ ਆਨੰਦ ਬਣ ਗਿਆ, ਸਾਰੇ ਵਿਸੂਰੇ, ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ। ਆਨੰਦ ਦੀ ਡੈਫੀਨੇਸ਼ਨ ਹੀ ਇਹੋ ਹੈ ਸਾਧ ਸੰਗਤ, ਆਨੰਦ ਦੀ ਪਰਿਭਾਸ਼ਾ ਹੀ ਗੁਰਬਾਣੀ ਦੇ ਵਿੱਚ ਇਹੋ ਹੈ। ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਚੇਤੇ ਹੋਣਗੇ ਇਹ ਬਚਨ। ਆਨੰਦ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਿਸ ਅਵਸਥਾ ਦੇ ਵਿੱਚ ਸਾਰੇ ਵਿਸੂਰੇ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ, ਪਰਮਾਤਮਾ ਦੇ ਨਾਲ ਜਦੋਂ ਜੀਵ ਦੀ ਸਾਂਝ ਬਣ ਆਉਂਦੀ ਹੈ, ਉਹ ਅਵਸਥਾ ਹੈ ਆਨੰਦ ਦੀ ਅਵਸਥਾ। ਉੱਥੇ ਫਿਰ ਕੋਈ ਵੀ ਦੁੱਖ, ਸੰਤਾਪ, ਕਲੇਸ਼ ਪਿੱਛੇ ਨਹੀਂ ਰਹਿ ਜਾਂਦਾ, ਕਿਉਂਕਿ ਜੀਵ ਦੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪਾਤਸ਼ਾਹ ਇਹੋ ਹੀ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਮਝਾ ਰਹੇ ਨੇ। ਜਿਵੇਂ ਗੁਰਬਾਣੀ ਦੇ ਬੜੇ ਪਿਆਰੇ ਬਚਨ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਪੂਰਾ ਵੈਦ ਗੁਰੂ ਗੋਬਿੰਦਾ। ਗੁਰੂ ਐਸਾ ਪੂਰਾ ਵੈਦ ਹੈ ਜਿਹੜਾ ਨਾਮ ਦੀ ਦਵਾਈ ਦਿੰਦਾ
ਤੇ ਨਾਮ ਦੀ ਦਵਾਈ ਦੇ ਕੇ ਜਮਾਂ ਦੀ ਫਾਹੀ ਨੂੰ ਕੱਟ ਦਿੰਦਾ, ਰੋਗ ਖਤਮ ਕਰ ਦਿੰਦਾ, ਤਾਪ ਨੂੰ ਖਤਮ ਕਰ ਦਿੰਦਾ। ਉਹ ਦਵਾਈ ਕਿਹੜੀ ਹੈ ਜਿਹੜੀ ਗੁਰੂ ਦੇ ਕੋਲੋਂ ਮਿਲਦੀ ਹੈ? ਉਹ ਦਵਾਈ ਹੈ ਸਾਧ ਸੰਗਤ ਜੀ ਨਾਮ ਦੀ ਦਾਤ, ਬੰਦਗੀ ਦੀ ਦਾਤ, ਸਿਮਰਨ ਦੀ ਦਾਤ। ਆਰੰਭਤਾ ਦੇ ਅੰਦਰ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਵਾਈ, ਉਸ ਨਾਮ ਦੀ ਦਾਤ ਦੇ ਬਾਬਤ ਬੜੇ ਪਿਆਰੇ ਬਚਨ ਕੀਤੇ ਨੇ। ਪਾਤਸ਼ਾਹ ਕਹਿੰਦੇ, ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ। ਜਿਹੜੇ ਜੀਵ ਨੇ ਸਤਿਗੁਰੂ ਦੀ ਸੰਗਤ ਦੇ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕਰ ਲਈ। ਇੱਥੇ ਇੱਕ ਬੇਨਤੀ ਕਰਾਂ ਸਾਧ ਸੰਗਤ, ਗੁਰੂ ਦੀ ਸੰਗਤ ਤਾਂ ਅਸੀਂ ਸਾਰੇ ਕਰਦੇ ਹਾਂ, ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਗੁਰੂ ਦੇ ਕੋਲ ਦੂਰੋਂ ਚੱਲ ਕੇ ਆਉਂਦੇ ਹਾਂ, ਪਰ ਸਤਿਗੁਰੂ ਦੇ ਕੋਲ ਜਿੱਥੇ ਆਉਣਾ ਜ਼ਰੂਰੀ ਹੈ ਨਾ, ਜਿੱਥੇ ਸਤਿਗੁਰੂ ਦੀ ਸੰਗਤ ਕਰਨੀ ਬੜੀ ਜ਼ਰੂਰੀ ਹੈ, ਉੱਥੇ ਸਾਧ ਸੰਗਤ ਜੀ ਸਤਿਗੁਰੂ ਦੇ ਕੋਲ ਆਉਣਾ ਕਿਵੇਂ ਹੈ, ਇਹ ਜੁਗਤੀ ਵੀ ਬੜੀ ਜ਼ਰੂਰੀ ਹੈ। ਜਿਨ੍ਹਾਂ ਦੇ ਪਾਵਨ ਅਸਥਾਨ ਤੇ ਜੁੜ ਬੈਠੇ ਆ ਨਾ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੇ ਅੰਦਰ ਬੜੇ ਪਿਆਰੇ ਬਚਨ ਆਉਂਦੇ ਨੇ, ਬੜੀ ਪਿਆਰੀ ਸਿੱਖਿਆ ਕਿ ਗੁਰੂ ਦੇ ਕੋਲ ਮਨੁੱਖ ਨੂੰ ਕਿਵੇਂ ਜਾਣਾ ਚਾਹੀਦਾ। ਸਤਿਗੁਰਾਂ ਨੇ ਬੜੀ ਪਿਆਰੀ ਸਿੱਖਿਆ ਦਿੱਤੀ ਹੈ ਬਾਬੇ ਬਕਾਲੇ ਦੀ ਧਰਤੀ ਤੇ। ਸਾਧ ਸੰਗਤ, ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤੇ ਸਤਿਗੁਰਾਂ ਨੇ ਬਚਨ ਕੀਤੇ, ਬਾਬਾ ਬਸੈ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਕਿ ਅਗਲੇ ਗੁਰੂ ਜਿਹੜੇ ਨੇ ਬਕਾਲੇ ਦੀ ਧਰਤੀ ਤੇ ਨੇ, ਪੰਜਾਬ ਦੇ ਵਿੱਚ, ਤੇ ਉਹ ਸਾਡੇ ਬਾਬਾ ਲੱਗਦੇ ਨੇ। ਆਪ ਜੀ ਜਾਣਦੇ ਹੋ, ਇਤਿਹਾਸ ਤੋਂ ਵਾਕਫ ਹੋ, ਮੈਂ ਬਹੁਤੀ ਵਿਸਥਾਰ ਦੇ ਵਿੱਚ ਨਹੀਂ ਜਾਣਾ, ਸਿਰਫ ਟੂਕ ਮਾਤਰ। ਸਾਧ ਸੰਗਤ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀਓ ਸਮਾ ਗਏ, ਬਕਾਲੇ ਦੇ ਵਿੱਚ ਕਈ ਮੰਜੀਆਂ ਲੱਗ ਗਈਆਂ, ਕਈ ਆਪਣੇ ਆਪ ਨੂੰ ਗੁਰੂ ਕਹਿਣ ਲੱਗ ਪਏ। ਅੱਗੇ ਉਹਨਾਂ ਨੇ ਆਪਣੇ ਚੇਲੇ, ਆਪਣੇ ਮਸੰਦ ਰੱਖ ਲਏ। ਤੇ ਇਸੇ ਹੀ ਬਕਾਲੇ ਦੀ ਧਰਤੀ ਤੇ, ਕਿਉਂਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਰਿਸ਼ਤੇ ਵਿੱਚ ਬਾਬਾ ਲੱਗਦੇ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਰਿਸ਼ਤੇ ਵਿੱਚ ਬਾਬਾ ਲੱਗਦੇ ਨੇ, ਬਾਬਾ ਦਾ ਭਾਵ ਹੈ ਦਾਦਾ। ਸੋ ਸਾਧ ਸੰਗਤ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹ ਵੀ ਇਸੇ ਬਾਬੇ ਬਕਾਲੇ ਦੀ ਧਰਤੀ ਤੇ ਹਨ। ਹੁਣ ਸਾਧ ਸੰਗਤ ਜੀ, ਕੀ ਵਾਪਰਦਾ ਹੈ ਇਤਿਹਾਸ ਦੇ ਅੰਦਰ? ਬੜੀ ਪਿਆਰੀ ਘਟਨਾ ਆਉਂਦੀ ਹੈ ਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਪਹਿਲਾਂ ਦਿੱਲੀ ਆਉਂਦੇ ਨੇ, ਬੰਗਲਾ ਸਾਹਿਬ, ਇੱਥੋਂ ਪਤਾ ਲੱਗਦਾ ਕਿ 8ਵੇਂ ਪਾਤਸ਼ਾਹ ਤੇ ਜੋਤੀ ਜੋਤ ਸਮਾ ਗਏ ਤੇ ਅਗਲੇ ਗੁਰੂ ਹੁਣ ਬਾਬੇ ਬਕਾਲੇ ਦੀ ਧਰਤੀ ਤੇ ਨੇ। ਭਾਈ ਮੱਖਣ ਸ਼ਾਹ ਜੀ ਉਹ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮੱਖਣ ਸ਼ਾਹ ਜੀ ਦੇ ਨਾਲ ਉਹਨਾਂ ਦੇ ਪੁੱਤਰ, ਉਹਨਾਂ ਦੀ ਪਤਨੀ, ਸਾਰਾ ਪਰਿਵਾਰ ਤੇ ਲਗਭਗ 500 ਘੋੜ ਸਵਾਰ ਸਿਪਾਹੀ ਉਹਨਾਂ ਦੇ ਨਾਲ ਹਨ, ਉਹਨਾਂ ਦੇ ਅੰਗ ਰੱਖਿਅਕ। ਤੇ ਬੜਾ ਵੱਡਾ ਇਹ ਕਾਫਲਾ ਹੈ ਭਾਈ ਮੱਖਣ ਸ਼ਾਹ ਜੀ ਦਾ। ਤੇ ਦੂਰੋਂ ਹੀ ਵੇਖਦਿਆਂ ਪਤਾ ਲੱਗਦਾ ਕਿ ਕੋਈ ਬੜਾ ਹੀ ਅਮੀਰ, ਕੋਈ ਬੜਾ ਹੀ ਧਨਾੜ ਜਿਹੜਾ ਉਹ ਆ ਰਿਹਾ, ਉਹਦਾ ਕਾਫਲਾ ਆ ਰਿਹਾ। ਹੁਣ ਜਦੋਂ ਬਾਬਾ ਮੱਖਣ ਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚੇ ਤੇ ਅੱਗੇ ਵੇਖਿਆ ਵੀ ਕਈ ਮੰਜੀਆਂ ਲੱਗੀਆਂ ਨੇ। ਹਰ ਇੱਕ ਨੇ ਸਾਧ ਸੰਗਤ ਜੀ ਬਾਬੇ ਮੱਖਣ ਸ਼ਾਹ ਦੇ ਕੋਲ ਆਪਣੇ ਮਸੰਦਾਂ ਨੂੰ, ਚੇਲਿਆਂ ਨੂੰ ਘੱਲਿਆ ਵੀ ਸੱਚਾ ਗੁਰੂ ਇੱਧਰ ਹੈ, ਸੱਚਾ ਗੁਰੂ ਇੱਧਰ ਹੈ। ਬਾਬੇ ਮੱਖਣ ਸ਼ਾਹ ਜੀ ਨੇ, ਜਿਵੇਂ ਤੁਸੀਂ ਜਾਣਦੇ ਹੋ, ਮੱਥਾ ਟੇਕਿਆ, ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਭੇਟਾ ਦਿੱਤੀ, ਸਾਰੇ ਬੜੇ ਖੁਸ਼ ਹੋਏ, ਅਸੀਸਾਂ ਦਿੱਤੀਆਂ। ਪਰ ਬਾਬੇ ਮੱਖਣ ਸ਼ਾਹ ਜੀ ਦੇ ਮਨ ਦੇ ਅੰਦਰ ਤ੍ਰਿਪਤੀ ਨਹੀਂ ਹੋਈ। ਮਨ ਦੇ ਅੰਦਰ ਸਾਧ ਸੰਗਤ ਜੀ ਉਹ ਰਸ, ਉਹ ਆਨੰਦ ਨਾ ਬਣਿਆ ਜਿਸ ਦੀ ਖਿੱਚ ਬਾਬਾ ਮੱਖਣ ਸ਼ਾਹ ਜੀ ਨੂੰ ਗੁਰੂ ਦੇ ਦਰ ਤੇ ਲੈ ਕੇ ਆਈ ਹੈ। ਉਹ ਆਨੰਦ ਬਣਦਾ ਵੀ ਕਿਵੇਂ? ਅਜੇ ਤੇ ਮੇਲ ਹੀ ਕੱਚਿਆਂ ਦੇ ਨਾਲ ਹੋਇਆ ਸੀ, ਸੱਚੇ ਦੇ ਨਾਲ ਤੇ ਅਜੇ ਮੇਲ ਹੋਇਆ ਹੀ ਨਹੀਂ ਸੀ। ਜਦੋਂ ਬਾਬਾ ਮੱਖਣ ਸ਼ਾਹ ਜੀ ਨੂੰ ਪਤਾ ਲੱਗਦਾ ਵੀ ਇੱਥੇ ਇੱਕ ਹੋਰ ਵੀ ਗੁਰੂ ਹਨ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਾਬਤ ਪਤਾ ਲੱਗਦਾ, ਤੇ ਬਾਬਾ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਸਣ ਜਿੱਧਰ ਹੈ ਉੱਧਰ ਨੂੰ ਜਾਂਦੇ ਹਨ। ਹੁਣ ਸਾਧ ਸੰਗਤ ਆਪ ਖਿਆਲ ਕਰਿਓ, ਬਾਬਾ ਮੱਖਣ ਸ਼ਾਹ ਜੀ ਦੇ ਨਾਲ 500 ਦੇ ਕਰੀਬ ਘੋੜ ਸਵਾਰ ਨੇ, ਤੇ ਇਹ ਕਾਫਲਾ ਜਿੱਧਰ ਵੀ ਜਾਂਦਾ, ਫਿਰ 500 ਜਾਣਾ ਇੱਕ ਪਾਸੇ ਨੂੰ ਜਾਂਦਾ ਹੋਵੇ ਸਾਧ ਸੰਗਤ, ਤੇ ਉਹਦਾ ਕੁਝ ਨਾ ਕੁਝ ਰੌਲਾ ਰੱਪਾ, ਉਹਦੀ ਆਵਾਜ਼ ਤਾਂ ਆਵੇਗੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮੁਖ ਜਿਹੜੇ ਸਿੱਖ ਬੈਠੇ ਨੇ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਭਾਈ ਗੜੀਆ ਜੀ ਹੋਰ ਗੁਰਮੁਖ ਪਿਆਰੇ ਉੱਥੇ ਜੁੜ ਬੈਠੇ। ਸਤਿਗੁਰਾਂ ਨੇ ਇੱਕ ਸਿੱਖ ਨੂੰ ਬਾਹਰ ਘੱਲਿਆ ਕਿ ਭਾਈ ਦੇਖੋ ਰੌਲਾ ਰੱਪਾ ਕਾਹਦਾ ਪੈ ਰਿਹਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਹੁਣਾਂ ਨੇ ਸਾਧ ਸੰਗਤ ਇਹ ਸਾਰਾ ਇਤਿਹਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਬੜਾ ਪਿਆਰਾ ਲਿਖਿਆ ਹੈ। ਉਹ ਕਹਿੰਦੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਘੱਲਿਆ ਕਿ ਭਾਈ ਵੇਖੋ ਬਾਹਰ ਜਾ ਕੇ ਰੌਲਾ ਕਾਹਦਾ ਪੈ ਰਿਹਾ। ਤੇ ਸਿੱਖ ਨੇ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਕਿ ਪਾਤਸ਼ਾਹ ਕੋਈ ਅਮੀਰ ਸਿੱਖ, ਕੋਈ ਵਪਾਰੀ ਸਿੱਖ ਆਇਆ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ।
ਜਦੋਂ ਇਹ ਬਚਨ ਸੁਣੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਦੁਬਾਰਾ ਘੱਲਿਆ ਕਿ ਜਿਹੜਾ ਮੇਰੇ ਦਰਸ਼ਨਾਂ ਵਾਸਤੇ ਆ ਰਿਹਾ, ਗੁਰੂ ਦੇ ਦਰਸ਼ਨ ਕਰਨ ਆ ਰਿਹਾ, ਉਹਨੂੰ ਜਾ ਕੇ ਕਹਿ ਦੇ ਕਿ ਗੁਰੂ ਦੇ ਘਰ ਦੇ ਵਿੱਚ ਇੱਦਾਂ ਵੱਡੇ ਬਣ ਕੇ ਨਹੀਂ ਆਈਦਾ, ਵਿਖਾਵਾ ਕਰਕੇ ਨਹੀਂ, ਇੱਥੇ ਨਿਮਰਤਾ ਦੇ ਨਾਲ ਆਈਦਾ ਆ, ਇੱਥੇ ਨਿਮਾਣੇ ਬਣ ਕੇ, ਇੱਥੇ ਨੀਵੇਂ ਬਣ ਕੇ ਆਈਦਾ। ਉਹ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਾ ਕੇ ਸਿੱਖ ਨੇ ਭਾਈ ਮੱਖਣ ਸ਼ਾਹ ਨੂੰ ਜਦੋਂ ਦਿੱਤਾ, ਸਾਧ ਸੰਗਤ ਭਾਈ ਮੱਖਣ ਸ਼ਾਹ ਜੀ ਦੇ ਉੱਥੇ ਹੀ ਹੱਥ ਜੁੜ ਗਏ, ਉੱਥੇ ਹੀ ਅੱਖਾਂ ਦੇ ਵਿੱਚ ਨੀਰ ਵਹਿ ਤੁਰਿਆ। ਇੱਕ ਪਾਸੇ ਕੱਚੇ ਸਨ ਜਿਹੜੇ ਆਪਣੇ ਕੋਲ ਲੈ ਕੇ ਗਏ, ਉਹਨਾਂ ਕੱਚਿਆਂ ਨੂੰ ਵੇਖ ਕੇ ਵੀ ਅੰਦਰ ਪਿਆਰ ਨਾ ਜਾਗਿਆ, ਤੇ ਇੱਕ ਪਾਸੇ ਸੱਚਾ ਗੁਰੂ ਹੈ, ਸੱਚੇ ਗੁਰੂ ਦੇ ਨਾਲ ਅਜੇ ਮੇਲ ਵੀ ਨਹੀਂ ਹੋਇਆ ਆਮਣੇ ਸਾਹਮਣੇ, ਤੇ ਸੱਚੇ ਗੁਰੂ ਦੇ ਬਚਨ ਜਿਹੜੇ ਨੇ ਉਹ ਸੁਣਦਿਆਂ ਸਾਰੀ ਹਿਰਦੇ ਦੇ ਵਿੱਚ ਪ੍ਰੇਮ ਜਾਗ ਗਿਆ ਕਿ ਅਸਲ ਦੇ ਵਿੱਚ ਇਹੋ ਹੀ ਸੱਚਾ ਗੁਰੂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜੋ ਸਮਝਾਇਆ ਵੀ ਗੁਰੂ ਦੇ ਦਰਬਾਰ ਦੇ ਅੰਦਰ ਆਉਣਾ, ਗੁਰੂ ਦੇ ਘਰ ਵਿੱਚ ਆਉਣਾ ਤੇ ਨਿਮਾਣੇ ਬਣ ਕੇ, ਨੀਵੇਂ ਬਣ ਕੇ, ਬੜੀ ਹੀ ਨਿਮਰਤਾ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ, ਜਿਹੜੇ ਭਾਵਨਾ ਕਰਕੇ ਆਉਂਦੇ ਨੇ ਉਹ ਇੱਥੋਂ ਬੜੀਆਂ ਹੀ ਝੋਲੀਆਂ ਭਰ ਕੇ ਆਪਣੀਆਂ ਲੈ ਜਾਂਦੇ, ਤੇ ਜਿਹੜੇ ਉੱਚੇ ਬਣ ਕੇ ਆਉਂਦੇ ਨੇ ਉਹ ਝੋਲੀਆਂ ਖਾਲੀ ਹੀ ਰਹਿ ਜਾਂਦੀਆਂ ਨੇ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਔਖਦ ਖਾਇਓ ਹਰ ਕੋ ਨਾਉ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੰਗਤ ਕਰਕੇ ਗੁਰੂ ਦੇ ਕੋਲੋਂ ਨਾਮ ਦੀ ਔਖਦ ਪ੍ਰਾਪਤ ਕੀਤੀ ਹੈ, ਨਾਮ ਦੀ ਦਵਾਈ ਪ੍ਰਾਪਤ ਕੀਤੀ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਕੀ ਕਿਰਪਾ ਹੁੰਦੀ, ਕੀ ਬਖਸ਼ਿਸ਼ ਹੁੰਦੀ ਹੈ ਕਿ ਜੀਵਨ ਦੇ ਵਿੱਚੋਂ ਦੁੱਖ ਖਤਮ ਹੋ ਜਾਂਦੇ ਨੇ ਤੇ ਜੀਵਨ ਸੁੱਖਾਂ ਵਾਲਾ ਬਣ ਜਾਂਦਾ। ਦੁੱਖਾਂ ਦਾ ਡੇਰਾ ਜੀਵਨ ਦੇ ਵਿੱਚੋਂ ਖਤਮ ਹੋ ਜਾਂਦਾ, ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ। ਦੁੱਖ ਖਤਮ ਹੁੰਦੇ ਨੇ ਨਾਮ ਦੇ ਨਾਲ। ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ, ਗਾ ਵੀ ਹੈ, ਸੁਣੀ ਹੈ, ਮਨ ਰੱਖੀਐ ਭਾਉ, ਦੁੱਖ ਪਰਹਰ ਸੁੱਖ ਘਰ ਲੈ ਜਾਏ। ਜਿਹੜੇ ਹੀ ਬੜੀ ਭਾਵਨਾ ਦੇ ਨਾਲ ਗਾਉਂਦੇ ਹਨ, ਸੁਣਦੇ ਹਨ, ਆਪਣੇ ਮਨ ਦੇ ਅੰਦਰ ਭਾਉ ਰੱਖਦੇ ਹਨ, ਪਿਆਰ ਰੱਖਦੇ ਹਨ, ਨਾਮ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਜਿਨ੍ਹਾਂ ਦੇ ਜੀਵਨ ਦੇ ਅੰਦਰ ਪਿਆਰ ਹੈ ਸਾਧ ਸੰਗਤ, ਉਹਨਾਂ ਦੇ ਜੀਵਨ ਦੇ ਅੰਦਰ ਫਿਰ ਦੁੱਖ ਨਹੀਂ, ਸੁੱਖ ਹੀ ਹੁੰਦੇ ਹਨ। ਵੈਸੇ ਮਨੁੱਖ ਸੁੱਖ ਜਿਹੜੇ ਨੇ ਉਹ ਬਾਹਰ ਲੱਭਦਾ ਹੈ, ਅਸੀਂ ਬੜੇ ਹੀ ਛਿਣ ਭੰਗਰ ਦੇ ਸੁੱਖ ਲੱਭਦੇ ਹਾਂ। ਮਨੁੱਖ ਸੋਚਦਾ ਹੈ ਕਿ ਬਹੁਤਾ ਧਨ ਮੇਰੇ ਕੋਲ ਹੋਵੇਗਾ ਤੇ ਸੁਖੀ ਹੋ ਜਾਵਾਂਗਾ। ਕੋਈ ਸੋਚਦਾ ਹੈ, ਕੋਈ ਨਾਚ ਗਾਣਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਸੁਖੀ ਦਾ ਕਰਨ ਦਾ ਯਤਨ ਕਰਦਾ ਆ, ਕੋਈ ਮਨੁੱਖ ਹੋਰ ਯਤਨ ਕਰਦਾ। ਬਾਣੀ ਨੇ ਬੜਾ ਪਿਆਰਾ ਫੈਸਲਾ ਦਿੱਤਾ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਨਾ ਤੇ ਬਹੁਤਾ ਧਨ ਖੱਟਣ ਦੇ ਵਿੱਚ ਸੁੱਖ ਹੈ, ਨਾ ਬਹੁਤੇ ਐਸ਼ੋ ਆਰਾਮ ਦੇ ਅੰਦਰ ਕੋਈ ਸੁੱਖ ਹੈ, ਨਾ ਹੀ ਬਹੁਤੇ ਦੇਸ਼ਾਂ ਤੇ ਜੇ ਕੋਈ ਕਬਜ਼ਾ ਕਰ ਲਵੇ ਉਹਦੇ ਅੰਦਰ ਸੁੱਖ ਹੈ। ਸੁੱਖ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਅੰਦਰ ਹੈ। ਸਾਧ ਸੰਗਤ, ਗੁਰਬਾਣੀ ਦੇ ਅੰਦਰ ਸੁੱਖ ਦੁੱਖ ਦੀ ਇਸ ਵਿਸ਼ੇ ਦੀ ਬੜੀ ਵਿਆਖਿਆ ਕੀਤੀ ਗਈ ਮਿਲਦੀ ਹੈ, ਤੇ ਬੜੇ ਹੀ ਪੱਖਾਂ ਤੋਂ ਇਹ ਵਿਆਖਿਆ ਕੀਤੀ ਗਈ, ਕਿਉਂਕਿ ਦੁੱਖ ਦਾ ਕੋਈ ਇੱਕ ਰੂਪ ਨਹੀਂ ਹੈ, ਦੁੱਖ ਦੇ ਅਨੇਕਾਂ ਹੀ ਰੂਪ ਹਨ। ਬਾਣੀ ਦੇ ਹੀ ਬਚਨ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਬੜੀ ਤਰ੍ਹਾਂ ਦੇ ਦੁੱਖ ਨੇ, ਭੁੱਖ ਵੀ ਇੱਕ ਦੁੱਖ ਹੈ, ਵਿਛੋੜਾ ਵੀ ਇੱਕ ਦੁੱਖ ਹੈ, ਜਮਦੂਤਾਂ ਦੀ ਮਾਰ ਵੀ ਇੱਕ ਦੁੱਖ ਹੈ, ਰੋਗ ਲੱਗਣੇ ਸਰੀਰ ਨੂੰ, ਸਰੀਰ ਦਾ ਬਿਨਸ ਜਾਣਾ ਇਹ ਵੀ ਇੱਕ ਦੁੱਖ ਹੈ। ਬੜੀ ਤਰ੍ਹਾਂ ਦਾ ਦੁੱਖ ਹਨ ਸਾਧ ਸੰਗਤ ਜੀਵਨ ਦੇ ਅੰਦਰ। ਖੈਰ, ਇਹ ਇੱਕ ਵੱਖਰਾ ਵਿਸ਼ਾ। ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇੱਕ ਬੜੇ ਪਿਆਰੇ ਬਚਨ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਸਾਧ ਸੰਗਤ, ਖਿਆਲ ਕਰਿਓ, ਦੁੱਖ ਅਤੇ ਸੁੱਖ ਇੱਕ ਭਾਵਨਾ ਹੈ। ਦੁੱਖ ਅਤੇ ਸੁੱਖ ਇੱਕ ਭਾਵਨਾ ਦੇ ਰੂਪ ਦੇ ਵਿੱਚ ਹੈ। ਦੁੱਖ ਕਿਸ ਦੇ ਜੀਵਨ ਦੇ ਵਿੱਚ ਹੁੰਦਾ, ਦੁਖੀ ਕੌਣ ਹੁੰਦਾ? ਅਸਲ ਦੇ ਵਿੱਚ ਦੁੱਖ ਮਨੁੱਖ ਨੂੰ ਦੁਖੀ ਨਹੀਂ ਕਰਦੇ। ਦੁੱਖ ਤਾਂ ਹਰ ਇੱਕ ਦੇ ਜੀਵਨ ਦੇ ਵਿੱਚ ਆਉਂਦੇ ਨੇ। ਮਨੁੱਖ ਦੁੱਖਾਂ ਦੇ ਕਰਕੇ ਦੁਖੀ ਨਹੀਂ ਹੁੰਦਾ। ਜੇ ਦੁੱਖ ਆ ਜਾਣ, ਮਨੁੱਖ ਦੁਖੀ ਉਦੋਂ ਹੁੰਦਾ ਜਦੋਂ ਦੁੱਖਾਂ ਨੂੰ ਮੰਨਦਾ ਹੈ, ਦੁੱਖਾਂ ਨੂੰ ਮਹਿਸੂਸ ਕਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹਦੇ ਤੇ ਇਹ ਕਿਰਪਾ ਹੋ ਜਾਵੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ, ਉਹਨੇ ਜੁਗਤੀ ਪਛਾਣ ਲਈ। ਜੁਗਤੀ ਕੀ ਹੈ? ਗੁਰੂ ਕਿਹੜੀ ਜੁਗਤੀ ਦੱਸਦੇ ਨੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਦੁੱਖ ਜ਼ਿੰਦਗੀ ਦੇ ਵਿੱਚ ਆਉਂਦਾ ਜ਼ਰੂਰ ਹੈ, ਦੁੱਖ ਵਾਲਾ ਸਮਾਂ ਆਉਂਦਾ ਜ਼ਰੂਰ ਹੈ, ਕਸ਼ਟਾਂ ਵਾਲਾ, ਮੁਸੀਬਤਾਂ ਵਾਲਾ ਸਮਾਂ ਆਉਂਦਾ ਜ਼ਰੂਰ ਹੈ, ਪਰ ਜਿਹੜਾ ਗੁਰੂ ਕਾ ਸਿੱਖ ਹੈ,
ਜਿਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਨਾਲ ਜਿਹੜਾ ਜੁੜਿਆ ਹੋਇਆ, ਗੁਰੂ ਦੇ ਸ਼ਬਦ ਦਾ ਪੱਲਾ ਫੜਿਆ ਹੋਇਆ, ਭਾਵ ਕਿ ਜਿਹੜਾ ਗੁਰੂ ਵਾਲਾ ਬਣਿਆ ਹੋਇਆ, ਜੇ ਉਹਦੇ ਜੀਵਨ ਦੇ ਵਿੱਚ ਦੁੱਖਾਂ ਦਾ ਸਮਾਂ ਆਉਂਦਾ ਵੀ ਹੈ ਤਾਂ ਦੁੱਖ ਉਹਨੂੰ ਕਦੇ ਵੀ ਦੁਖੀ ਨਹੀਂ ਕਰ ਸਕਦੇ। ਹੁਣ ਖਿਆਲ ਕਰੋ, ਸਾਡੇ ਸਰੀਰ ਤੇ ਕੋਈ ਫੱਟ ਲੱਗ ਜਾਵੇ, ਕੋਈ ਜ਼ਖਮ ਹੋ ਜਾਵੇ, ਤੇ ਅਸੀਂ ਕਵਾਂਗੇ ਵੀ ਬੜਾ ਭਾਰਾ ਦੁੱਖ ਹੈ, ਸਾਨੂੰ ਦਰਦ ਹੋਵੇਗੀ, ਦੁੱਖ ਵੀ ਆਪਾਂ ਉਹਦਾ ਮਹਿਸੂਸ ਕਰਾਂਗੇ। ਸਾਡਾ ਖੂਨ ਵਗ ਜਾਵੇ ਕਿਤੇੋਂ, ਕੋਈ ਜ਼ਖਮ ਹੈ, ਅਸੀਂ ਦੁਖੀ ਹੋਵਾਂਗੇ। ਪਰ ਅਸੀਂ ਆਪਣਾ ਇਤਿਹਾਸ ਪੜ੍ਹ ਕੇ ਵੇਖੀਏ ਸਾਧ ਸੰਗਤ, ਜਿੰਨੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਅੰਦਰ ਹੋਈਆਂ ਨੇ, ਸਾਡੇ ਧਰਮ ਦੇ ਅੰਦਰ ਹੋਈਆਂ, ਇਹਦੀ ਮਿਸਾਲ ਦੁਨੀਆ ਦੀ ਹੋਰ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ। ਕਿੰਨੀਆਂ ਸ਼ਹਾਦਤਾਂ ਨੇ, ਪਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਹੀਂ। ਆਪਾਂ ਜਿਸ ਪਾਵਨ ਸਥਾਨ ਤੇ ਜੁੜ ਬੈਠੇ ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਸਤਿਗੁਰਾਂ ਦੇ ਸਾਹਮਣੇ ਉਹਨਾਂ ਦੇ 3 ਪਿਆਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਤੇ ਵੱਡੇ ਤੋਂ ਵੱਡਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਾਧ ਸੰਗਤ, ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ, ਭਾਈ ਸਤੀ ਦਾਸ ਜੀ ਨੂੰ ਰੂੰਚ ਬਣ ਕੇ ਸਾੜ ਕੇ ਸ਼ਹੀਦ ਕੀਤਾ ਗਿਆ, ਭਾਈ ਦਇਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ। ਹੁਣ ਆਰੇ ਦੇ ਨਾਲ ਸਰੀਰ ਦਾ ਚੀਰਿਆ ਜਾਣਾ, ਅੱਗ ਦੇ ਅੰਦਰ ਸਰੀਰ ਦਾ ਸੜਨਾ, ਇਹ ਸਾਰੇ ਦੁੱਖ ਹੀ ਹਨ। ਪਰ ਜੀਵ ਦੇ, ਮਨੁੱਖ ਦੇ ਜੀਵਨ ਦੇ ਅੰਦਰ ਦੁੱਖ ਉਦੋਂ ਹੀ ਉਹਨੂੰ ਦੁਖੀ ਕਰਦਾ ਜਦੋਂ ਮਹਿਸੂਸ ਕਰਦਾ ਇਹਨਾਂ ਗੁਰਮੁਖ ਪਿਆਰਿਆਂ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਇਹਨਾਂ ਦੇ ਜੀਵਨ ਦੇ ਅੰਦਰ ਦੁੱਖ ਨਹੀਂ ਆਇਆ। ਇਹਨਾਂ ਨੇ ਉਹ ਸਾਰੇ ਹੀ ਤਸੀਹਿਆਂ ਨੂੰ ਹੱਸ ਹੱਸ ਕੇ ਝੱਲਿਆ। ਉਹਦਾ ਕਾਰਨ ਇੱਕੋ ਹੀ ਹੈ, ਇਹਨਾਂ ਨੂੰ ਇਹ ਵੀ ਆਖਿਆ ਗਿਆ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਵੇਗੀ, ਤੁਹਾਡੀ ਜ਼ਿੰਦਗੀ ਸਹੀ ਸਲਾਮਤ ਰਹੇਗੀ, ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ, ਆਪਣੇ ਧਰਮ ਨੂੰ ਛੱਡ ਦਿਓ। ਪਰ ਆਪਣੇ ਫੈਸਲੇ ਤੇ ਅਟਲ ਰਹਿ ਕੇ ਸ਼ਹਾਦਤਾਂ ਦਿੱਤੀਆਂ। ਦੁੱਖ ਵਾਲੇ ਸਮੇਂ ਦੇ ਅੰਦਰ ਦੁੱਖ ਮਹਿਸੂਸ ਨਾ ਕੀਤਾ। ਕਿਉਂ ਨਾ ਕੀਤਾ? ਕਿਉਂਕਿ ਕੋਲ ਗੁਰੂ ਦੇ ਸ਼ਬਦ ਦਾ ਆਸਰਾ ਹੈ। ਸਾਹਮਣੇ ਉਹ ਗੁਰੂ ਸੁਸ਼ੋਭਿਤ ਹਨ ਜਿਨ੍ਹਾਂ ਨੇ ਇਹ ਗੱਲ ਸਮਝਾ ਦਿੱਤੀ ਹੈ, ਚਿੰਤਾ ਤਾਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਿਹੜੇ ਗੁਰੂ ਨੇ ਇਹ ਸਮਝਾ ਦਿੱਤਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਜੋ ਵੀ ਪੈਦਾ ਹੋਇਆ ਉਹਨੇ ਇੱਕ ਦਿਨ ਸੰਸਾਰ ਤੋਂ ਜਾਣਾ, ਅੱਜ ਨਹੀਂ ਤੇ ਕੱਲ੍ਹ ਨੂੰ ਵਾਰੀ ਆ ਜਾਵੇਗੀ। ਇਹਨਾਂ ਗੁਰਸਿੱਖਾਂ ਨੇ ਇਹ ਸਾਰੀਆਂ ਸ਼ਹਾਦਤਾਂ ਹੋਈਆਂ। ਕਿੰਨੀਆਂ ਸ਼ਹਾਦਤਾਂ, ਕਿੰਨੇ ਤਸੀਹੇ ਸਿੱਖ ਇਤਿਹਾਸ ਦੇ ਅੰਦਰ ਨੇ ਸਾਧ ਸੰਗਤ। ਇੱਥੋਂ ਤੇ ਆਰੰਭਤਾ ਹੀ ਹੁੰਦੀ ਹੈ ਨਾ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ। ਇਹ ਦੌਰ ਤੇ ਤਸੀਹਿਆਂ ਦਾ ਅੱਗੇ ਜਾ ਕੇ ਚੱਲਦਾ ਸਾਰੀ 18ਵੀਂ ਸਦੀ ਦੇ ਅੰਦਰ। ਪਰ ਇੱਕ ਵੀ ਸਿੱਖ ਦੇ ਬਾਬਤ ਅਸੀਂ ਨਹੀਂ ਪੜਾਂਗੇ ਜਿਨ੍ਹੇ ਕਦੇ ਸਾਧ ਸੰਗਤ ਜੀ ਆਪਣੇ ਧਰਮ ਦਾ ਪੱਲਾ ਛੱਡਿਆ ਹੋਵੇ। ਕਿਉਂ? ਕਿਉਂਕਿ ਜੀਵਨ ਦੇ ਅੰਦਰ ਉਹਨਾਂ ਦੇ ਗੁਰੂ ਦਾ ਸ਼ਬਦ ਹੈ, ਤੇ ਜਿੱਥੇ ਗੁਰੂ ਦੇ ਸ਼ਬਦ ਦਾ ਆਸਰਾ ਹੋਵੇ ਉੱਥੇ ਫਿਰ ਜੀਵ ਕਦੀ ਵੀ ਡੋਲਦਾ ਨਹੀਂ, ਦੁੱਖਾਂ ਦੇ ਅੰਦਰ ਵੀ ਦੁੱਖ ਨਹੀਂ ਮਨਾਉਂਦਾ। ਗੁਰੂ ਪਾਤਸ਼ਾਹ ਜੀ ਦੇ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਨਾ, ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਣੈ ਅਸਥੰਮਣ। ਜਿਵੇਂ ਕੋਈ ਇਮਾਰਤ ਨੂੰ ਥੰਮ, ਪਿੱਲਰ ਜਿਹੜੇ ਥੰਮ ਕੇ ਰੱਖਦੇ ਨੇ, ਡਿੱਗਣ ਨਹੀਂ ਦਿੰਦੇ, ਡੋਲਣ ਨਹੀਂ ਦਿੰਦੇ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਅਤੇ ਪਰਮਾਤਮਾ ਦਾ ਨਾਮ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਉਹਨਾਂ ਜੀਆਂ ਦੇ ਜੀਵਨ ਦੇ ਵਿੱਚ ਦੁੱਖ ਦੁਖੀ ਨਹੀਂ ਉਹਨਾਂ ਨੂੰ ਕਰਦਾ। ਦੁੱਖ ਆਉਂਦਾ ਤੇ ਹੈ, ਪਰ ਉਹ ਜੀਵ ਦੁੱਖਾਂ ਤੋਂ ਦੁਖੀ ਨਹੀਂ ਹੁੰਦੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਬਾਣੀ ਦਾ ਆਸਰਾ ਹੈ, ਸਤਿਗੁਰੂ ਦਾ ਭਰੋਸਾ ਹੈ। ਸਾਧ ਸੰਗਤ, ਸੋ ਸਤਿਗੁਰੂ ਪਾਤਸ਼ਾਹ ਜੀ ਬੜੇ ਬਚਨ ਪਿਆਰੇ ਕਰਕੇ ਸਮਝਾ ਰਹੇ ਨੇ, ਜਿਨ੍ਹਾਂ ਨੇ ਇਹ ਔਖਦ ਨਾਮ ਦੀ ਦਵਾਈ ਲੈ ਲਈ। ਵੈਸੇ ਨਾਮ ਦੀ ਦਵਾਈ ਹੈ ਸਾਡੇ ਸਾਰਿਆਂ ਦੇ ਕੋਲ ਹੀ ਹੈ, ਹਰ ਇੱਕ ਮਨੁੱਖ ਦੇ ਕੋਲ। ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਹਨ, ਹਰ ਔਖਦ ਸਭ ਘਟ ਹੈ ਭਾਈ। ਸਾਰਿਆਂ ਦੇ ਹਿਰਦੇ ਦੇ ਅੰਦਰ ਇਹ ਔਖਦ, ਇਹ ਨਾਮ ਦੀ ਦਾਤ ਹੈ। ਪਰ ਪ੍ਰਾਪਤ ਕਿਉਂ ਨਹੀਂ ਹੁੰਦੀ? ਮਨੁੱਖ ਦੁਖੀ ਕਿਉਂ ਹੁੰਦਾ ਹੈ? ਕਿਉਂਕਿ ਪੂਰੇ ਬਿਨ ਪੂਰੇ ਗੁਰ ਬਿਦ ਨਾ ਬਣਾਈ। ਪੂਰੇ ਗੁਰੂ ਤੋਂ ਬਿਨਾਂ ਇਹ ਬਿਦ ਬਣਦੀ ਨਹੀਂ ਹੈ, ਪੂਰੇ ਗੁਰੂ ਤੋਂ ਬਿਨਾਂ ਇਹ ਮਿਲਦੀ ਨਹੀਂ ਹੈ। ਪੂਰੇ ਸਤਿਗੁਰੂ ਨੇ ਹੀ ਜਦੋਂ ਕਿਰਪਾ ਕੀਤੀ, ਪੂਰਾ ਗੁਰ ਸੰਜਮ ਕਰਦੀ, ਗੁਰ ਪੂਰਾ ਸੰਜਮ ਕਰ ਦਿਆ। ਜਦੋਂ ਗੁਰੂ ਪੂਰੇ ਨੇ ਕਿਰਪਾ ਕੀਤੀ, ਨਾਲ ਸੰਜਮ ਦੇ ਦਿੱਤਾ, ਪਰਹੇਜ਼ ਦੇ ਦਿੱਤਾ, ਗੁਰੂ ਪੂਰੇ ਦੀ ਕਿਰਪਾ ਦੇ ਨਾਲ ਜਦੋਂ ਇਹ ਦਵਾਈ ਨਾਮ ਦੀ ਦਾਤ ਮਿਲਦੀ ਹੈ, ਫਿਰ ਕੀ ਬਖਸ਼ਿਸ਼ ਹੁੰਦੀ ਹੈ। ਨਾਨਕ ਤਉ ਫਿਰ ਦੁੱਖ ਨਾ ਥੀਆ, ਉਹਦੀ ਜ਼ਿੰਦਗੀ ਦੇ ਅੰਦਰ ਫਿਰ ਕਦੇ ਵੀ ਦੁੱਖ ਨਹੀਂ ਹੁੰਦਾ। ਦੁੱਖਾਂ ਦਾ ਡੇਰਾ ਜ਼ਿੰਦਗੀ ਦੇ ਵਿੱਚੋਂ ਢਹਿ ਜਾਂਦਾ। ਸੁਖ ਪਾਏ ਦੁੱਖ ਬਿਨਸਿਆ ਥਾਉ, ਦੁੱਖਾਂ ਦਾ ਥਾਂ ਟਿਕਾਣਾ ਹੀ ਜੀਵਨ ਦੇ ਵਿੱਚੋਂ ਖਤਮ ਹੋ ਜਾਂਦਾ। ਅਸੀਂ ਬਚਨ ਪੜ੍ਹਦੇ ਹਾਂ ਬੜੇ ਪਿਆਰੇ,
परमेश्वर दिता बन्ना दुख रोग का डेरा भन्ना। जिन्हां नूं परमेश्वर ने बन्ना दे दिता, बन्ने का भाव है पासा, भाव के परमेश्वर का पासा, परमेश्वर की शरण। ਜਿਹੜੇ परमेश्वर वाले पासे हो गए, रब जी वाले पासे हो गए, परमात्मा की शरण विच पै गए, उन्हां दे जीवन दे विचों दुखां दा डेरा ही टह जांदा है। दुखां दा कोई थां टिकाणा ही उन्हां दे जीवन दे विच नहीं रहिंदा। साध संगत वो जीव हमेशा ही सुखी रहिंदे हन, सुखी वसदे हन। सतगुरु पातशाह जी आखिर च बड़ा प्यारा समझा रहे ने, जी जंत सगल सुख पाया। ऐसे सारे ही जीव वो हमेशा ही सुख पाउंदे ने। सुख दे अंदर उन्हां दा सारा जीवन हुंदा है जिन्हां ने गुरु दे कोलों परमात्मा दे नाम दी दात लै लई, जिहड़े बाणी दे नाल नाम सिमरन दे नाल जुड़ गए। बचन असीं पढ़दे हां, ऊठत सुखिया बैठत सुखिया भौ नहीं लागै जां ऐसे बुझिया। जिन्ने ये समझ लिया उन्होंने कदे भी दुख नहीं लगता, वो हमेशा सुखी है। की समझ लिया? राखा एक हमारा स्वामी सगल घटांका अंतरजामी। वो अंतरजामी जानन वाला उही राखा चार चफेरे। तो मनुख ये समझदा कदों है, ये बख्शिश हुंदी कदों है, मनुख नूं ये समझ कदों पवेगी कि राखा एक हमारा स्वामी। ये समझ उदों पैंदी है साध संगत जदों ये बख्शिश हो जाए। किहड़ी? घर सुख वसिया बाहर सुख पाया, कहो नानक गुर मंत्र दृढ़ाया। जदों गुरु ने ये मंत्र दृढ़ करवा दिता, जदों गुरु ने ये बख्शिश कर दी, नाम की दात गुरु दे कोलों मिलनी है। तो गुरु दे कोलों जदों नाम की दात जीव नूं मिल जावे, उहदे तों बाद विच ये बख्शिश हो जाती है कि चार चफेरे हर थां ते अकाल पुरख वाहिगुरू परमात्मा उसके दर्शन दीदारे हुंदे हन। साध संगत ते जदों चार चफेरे परमात्मा के दर्शन दीदारे होण, फिर की कृपा हुंदी, जी जंत सगल सुख पाया। ऐसे सारे ही जीव जिन्हां ने सतगुरु की कृपा नाल नाम की दात प्राप्त की, वो हमेशा सुखी वसदे हन। पार ब्रह्म नानक मन ध्याया। जिन्हां ने गुरु की कृपा दे नाल पार ब्रह्म परमात्मा के नाम नूं अपने मन के अंदर ध्याया है। सो साध संगत अज दे इन्हां पावन बचनां दे अंदर धन गुरु अर्जन देव पातशाह जी ने सानूं इहो ही सोझी दित्ती है कि सतगुरु की संगत करके, गुरु के कोलों नाम की दात प्राप्त करके नाम दे नाल जुड़िए, सिमरन दे नाल, बंदगी दे नाल जुड़िए, गुरबाणी दे नाल जुड़िए। जिस दे जीवन दे अंदर नाम बाणी का भरोसा है साध संगत, उसका जीवन हमेशा ही सुखां वाला, उस दे जीवन दे अंदर कोई भी दुख जिहड़े हन वो नहीं व्यापदे। सिंह साहब जी ने एक आप जी नूं बेनती की कि आउण वाले दिनां दे अंदर गुरबाणी दे कैंप लगाए जा रहे हैं, गुरमुखी अपने बच्चों नूं पढ़ाइए। साध संगत बड़ा जरूरी है। मैं बेनती करता हुन्ना कि जेकर साडे बच्चों नूं गुरमुखी की सोझी नहीं होवेगी, जे पंजाबी असीं ना बोलांगे, बच्चों नूं पंजाबी ना सिखावांगे, तो आउण वाले समय दे विच साडे बच्चे वो फिर गुरबाणी का पाठ किवें करनगे, किवें गुरबाणी की समझ, गुरबाणी के अर्थ बोध की समझ उन्हां नूं पवेगी। इस वास्ते बड़ा जरूरी है बच्चों नूं गुरमुखी दे नाल, पंजाबी दे नाल जोड़िए। ऊड़ा संभालीए, जूड़े की संभाल हो जाएगी। जेकर ऊड़ा संभालिया जाएगा, जूड़े की संभाल भी हो जाएगी। साध संगत जरूर अपने बच्चों नूं गुरमुखी दे नाल जोड़िए, खुद भी पंजाबी बोलीए, अपने बच्चों के विच भी आदत पाइए कि वह भी पंजाबी दे नाल, गुरमुखी दे नाल उन्हां दी सांझ बन सके। इन्नियां बेनतियां आप संगत ने प्रवान करनियां। होइयां बेअंत ही भुल्लां चुकां दी आप जी ने खिमा बख्शिश करनी। आप सारियां संगतां दा बहुत बहुत धन्नवाद। धन्नवाद सत्कारयोग सिंह साहब ज्ञानी हरनाम सिंह जी का, समूह दिल्ली सिख गुरुद्वारा प्रबंधक कमेटी का, अते कोटान कोट शुकराना धन सतगुरु श्री गुरु ग्रंथ साहिब सच्चे पातशाह जी का, जिन्हां ने अपने पावन चरनां दे अंदर सानू सारिआं नूं जुड़ बैठण दा ये सुभागड़ा समा बख्शिश किया है। होइयां भुल्लां चुकां दी खिमा बख्शदियां होइयां, अगे वास्ते असीस बख्शदियां होइयां, आओ सारी संगत एक बार फिर प्यार अदब सहित सतगुरां दी बख्शिश फतेह संजी करो। सारे आखो जी वाहिगुरू जी का खालसा, वाहिगुरू जी की फतेह।